ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਅਰਜਨ ਵਿਘਨਨ ਕੇ ਨਾਸ਼ਕ ਵਿਘਨਨ ਕੇ ਨਾਸ਼ਕ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾ ਧਰ ਪੁਨ ਪੁਨ ਸੀਸ ਜੀ ਪੁਨ ਪੁਨ ਸੀਸ ਬੰਦੋਂ ਬਾਰ ਬਾਰ ਜਗਦੀਸ਼ ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਪੁਨ ਕੇ ਤਿਕ ਦਿਨ ਬੀਤੇ ਜਬੈ ਗਈ ਤਗੀਦ ਸਾਕੀ ਤਬੈ ਅਫਕਨ ਸੇਰ ਡਰਿਓ ਰਿਸਕੀਨ ਬੁੱਧ ਕਰ ਇਸ ਪ੍ਰਕਾਰ ਉਰਚੀਨ ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ ਜ਼ਾਹਰਾ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗੀ ਜਨੋ ਆਓ ਸਤਿਗੁਰੂ ਜੀ ਕੀ ਅਪਾਰ ਬਖਸ਼ਿਸ਼ ਨਾਲ ਆਪਾਂ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਪ੍ਰਾਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਇਹਨਾਂ ਪਾਵਨ ਸਥਾਨਾਂ ਤੇ ਜੋ ਆਪ ਸੰਗਤ ਨਿਤਾ ਪ੍ਰਤ ਪਿਆਰ ਅਦਬ ਭਾਵਨਾ ਸਹਿਤ ਸਰਵਣ ਕਰਦੇ ਹੋ ਚਲਦੀ ਆ ਰਹੀ ਲੜੀ ਤਹਿਤ ਥੋੜਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਵਰਤਾਂਤਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਮਹਾਰਾਜ ਜੀ ਤੋਂ ਆਗਿਆ ਲਈਏ, ਰਸਨਾ ਪਵਿੱਤਰ ਕਰਨੀ, ਗੁਰੂ ਫਤਿਹ ਨਾਲ ਸਾਂਝ ਪਾਇਓ। ਫਤਿਹ ਪ੍ਰਵਾਨਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਜੋ ਇਤਿਹਾਸ ਆਪ ਸੰਗਤ ਸਰਵਣ ਕਰ ਰਹੇ ਸੀ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੂਰਬ ਦੇਸ਼ ਤੋਂ ਵਾਪਸ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਪਹੁੰਚੇ ਸਨ ਤੇ ਉਧਰ ਨਾਲ ਹੀ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਸਾਰੇ ਜਿਤਨੇ ਵੀ ਮੁਖੀ ਮੌਲਵੀ ਤੇ ਹੋਰ ਰਾਜਨੀਤਿਕ ਪੈਰੋਕਾਰ ਨੇ ਉਹਨਾਂ ਨੂੰ ਇਕੱਤਰ ਕਰਕੇ ਆਪਣੀ ਸਭਾ ਦੇ ਅੰਦਰ ਜੋ
ਕਾਨੂੰਨ ਬਣਾਏ ਹਨ ਕਿ ਇਹ ਜੋ ਹਿੰਦੁਸਤਾਨ ਦੇਸ਼ ਹੈ, ਇੱਥੋਂ ਦੇ ਜਿਤਨੇ ਵੀ ਵਾਸੀ ਹਨ ਸਭ ਨੂੰ ਇੱਕੇ ਸ਼ਰ੍ਹਾ ਦੇ ਅੰਦਰ ਲਿਆਂਦਾ ਜਾਵੇ, ਸਭ ਨੂੰ ਇਸਲਾਮ ਧਰਮ ਦੇ ਵਿੱਚ ਲਿਆਂਦਾ ਜਾਵੇ। ਉਹਦੇ ਲਈ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪਾਸ ਤੋਂ ਪੱਤਰਕਾਵਾਂ ਲਿਖ ਕਰਕੇ ਸੂਬੇਦਾਰਾਂ ਦੇ ਪਾਸ ਹੁਕਮ ਕੱਢ ਦਿੱਤੇ ਸਨ। ਸੋ ਸਭ ਤੋਂ ਪਹਿਲੇ ਸੂਬੇਦਾਰ ਸ਼ੇਰ ਅਫਗਾਨ ਖਾਨ, ਕਸ਼ਮੀਰ ਦਾ ਸੂਬੇਦਾਰ, ਉਹਦੇ ਪਾਸ ਇਹ ਹੁਕਮ ਗਿਆ। ਬਾਦਸ਼ਾਹ ਦੇ ਹੁਕਮ ਨੂੰ ਵਜਾਉਂਦਿਆਂ ਹੋਇਆਂ ਉਸ ਸੂਬੇਦਾਰ ਨੇ ਉੱਥੋਂ ਦੇ ਸਾਰੇ ਦੇ ਸਾਰੇ ਮੁਖੀ, ਦਿਜਬਰ ਤੇ ਹੋਰ ਸਿਆਣੇ ਪੁਰਖ ਹਿੰਦੂ ਜਨੇ ਉਹਨਾਂ ਨੂੰ ਇਕੱਤਰ ਕੀਤਾ ਤੇ ਇਹ ਕਿਹਾ ਵੀ ਇਹ ਬਾਦਸ਼ਾਹ ਦਾ ਹੁਕਮ ਆ ਚੁੱਕਾ ਹੈ ਤੇ ਹੁਣ ਤੁਹਾਨੂੰ ਆਪਣਾ ਧਰਮ ਤਬਦੀਲ ਕਰਨਾ ਪੈਣਾ ਹੈ। ਬਹੁਤ ਚਿੰਤਾਤੁਰ ਹੋਏ, ਵਿਚਾਰਨ ਲੱਗੇ ਤੇ ਨਾਲ ਹੀ ਉਹਨਾਂ ਨੇ ਕੁਝ ਸਮਾਂ ਮੰਗਿਆ ਕਿ ਕੁਝ ਸਮੇਂ ਤੋਂ ਉਪਰੰਤ ਅਸੀਂ ਇਸ ਹੁਕਮ ਨੂੰ ਪ੍ਰਵਾਨ ਕਰਾਂਗੇ। ਸੋ ਇਸ ਵਿਧ ਇਹ ਜਿਹੜੀ ਵਿਚਾਰ ਹੈ ਇਹ ਚੱਲਦੀ ਹੈ। ਥੋੜ੍ਹਾ ਜਿਹਾ ਸਮਾਂ ਹੋਰ ਬਤੀਤ ਹੁੰਦਾ ਹੈ। ਨਾਲ ਹੀ ਭਾਈ ਸਾਹਿਬ, ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਨੇ ਕਿ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਇਹ ਆਪਣਾ ਇੱਕ ਦੂਸਰਾ ਹੁਕਮ ਜਿਹੜਾ ਹੈ ਉਹ ਵਜ਼ੀਰ ਖਾਨ, ਵਾਹਿਗੁਰੂ ਸ਼ੇਰ ਅਫਗਾਨ ਖਾਨ ਦੇ ਪਾਸ ਕਸ਼ਮੀਰ ਵੱਲ ਨੂੰ ਭੇਜਦਾ ਹੈ, ਜਿਸ ਵਿੱਚ ਇਸਨੇ ਲਿਖਿਆ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਪਹਿਲੇ ਹੁਕਮ ਕੱਢੇ ਨੇ ਉਹਨਾਂ ਦੇ ਉੱਪਰ ਸਖਤੀ ਨਾਲ ਅਮਲ ਕੀਤਾ ਜਾਏ। ਭਾਵ ਇਹ ਹੈ ਕਿ ਉਹ ਜਿਹੜੇ ਹੁਕਮ ਨੇ ਉਹਨਾਂ ਨੂੰ ਲਾਗੂ ਕਰਕੇ ਤੇ ਸਾਰੇ ਦੇ ਸਾਰੇ ਸੂਬੇ ਨੂੰ ਇੱਕੇ ਹੀ ਦੀਨ ਦੇ ਅੰਦਰ, ਇੱਕੇ ਹੀ ਮਜ਼ਹਬ ਦੇ ਅੰਦਰ, ਇਸਲਾਮ ਦੇ ਅੰਦਰ ਲਿਆਂਦਾ ਜਾਵੇ। ਬਾਕੀ ਅਨਮਤ ਵਾਲਾ ਇੱਥੇ ਕੋਈ ਨਾ ਹੋਵੇ। ਸੋ ਇਸ ਵਿਧ ਇਹ ਹੁਕਮ, ਦੂਸਰਾ ਹੁਕਮ ਜਿਹੜਾ ਹੈ ਸ਼ੇਰ ਅਫਗਾਨ ਦੇ ਪਾਸ ਜਾਂਦਾ ਹੈ ਤੇ ਇਹਦੇ ਅੰਦਰ ਬੜੀ ਸਖਤੀ ਕੀਤੀ ਹੋਈ ਹੈ। ਜਿਵੇਂ ਉਸ ਦੇ ਪਾਸ ਪਹੁੰਚਦਾ ਹੈ, ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਹਨ, ਪੁਨ ਕੇਤਿਕ ਦਿਨ ਬੀਤੇ ਜਬੇ, ਜਿਸ ਵਕਤ ਕੁਝ ਦਿਨ ਬੀਤ ਗਏ ਸਨ, ਗਈ ਤੁਗੀਦ ਸ਼ਾਹੂ ਕੀ ਤਬੈ। ਭਾਵ ਬਾਦਸ਼ਾਹ ਔਰੰਗਜ਼ੇਬ ਦੀ ਇੱਕ ਦੂਸਰੀ ਚਿੱਠੀ, ਦੂਸਰਾ ਹੁਕਮ ਜਿਹੜਾ ਹੈ ਉਹ ਸ਼ੇਰ ਅਫਗਾਨ ਖਾਨ ਦੇ ਪਾਸ ਪਹੁੰਚ ਗਿਆ। ਅਫਰਨ ਸ਼ੇਰ ਡਰਿਓ ਰਿਸਕੀਨ, ਤੇ ਜਿਹੜਾ ਸੂਬੇਦਾਰ ਹੈ ਉਹ ਫਿਰ ਡਰ ਗਿਆ, ਕਿਉਂਕਿ ਉਸ ਨੂੰ ਇਹ ਹੋ ਗਿਆ ਜੇਕਰ ਮੈਂ ਬਾਦਸ਼ਾਹ ਦੇ ਹੁਕਮਾਂ ਨੂੰ ਮੰਨਦਾ ਨਹੀਂ, ਅਪਰਵਾਨ ਕਰਦਾ, ਤੇ ਕਿਤੇ ਐਸਾ ਨਾ ਹੋਵੇ ਬਾਦਸ਼ਾਹ ਮੇਰੇ ਤੋਂ ਇਹ ਮੇਰਾ ਰਾਜ ਜਿਹੜਾ ਇਹ ਮੇਰਾ ਸੂਬਾ ਖੋਹ ਲਵੇ ਤੇ ਇੱਥੋਂ ਦਾ ਸੂਬੇਦਾਰ ਕਿਸੇ ਹੋਰ ਨੂੰ ਨਿਯੁਕਤ ਕਰ ਦੇਵੇ। ਇੱਕ ਤੇ ਉਹ ਭੈ ਅੰਦਰ ਆ ਗਿਆ ਤੇ ਦੂਸਰਾ ਉਹ ਕ੍ਰੋਧ ਵਿੱਚ ਵੀ ਆ ਗਿਆ, ਕਿਉਂਕਿ ਪਹਿਲਾਂ ਉਸ ਨੇ ਜਿਨ੍ਹਾਂ ਨੂੰ ਕਿਹਾ ਹੈ ਕਿ ਆਪਣਾ ਧਰਮ ਤਬਦੀਲ ਕਰੋ, ਜੇਕਰ ਹੁਣ ਉਹ ਨਹੀਂ ਮੰਨਦੇ ਤੇ ਉਹ ਸਖਤੀ ਨਾਲ ਉਹਨਾਂ ਤੋਂ ਧਰਮ ਤਬਦੀਲ ਕਰਵਾਉਣ ਦੇ ਲਈ ਯਤਨ ਕਰੇਗਾ। ਸੋ ਇਸ ਵਿਧ ਸ਼ੇਰ ਅਫਗਾਨ ਜਿਹੜਾ ਹੈ ਉਹ ਆਪਣੇ ਢੰਗ ਦੇ ਨਾਲ ਹੁਣ ਆਪਣੇ ਸੂਬੇ ਦੇ ਵਿੱਚ ਇਹ ਕਾਰਜ ਕਰਨ ਦੇ ਲਈ ਉਤਾਵਲਾ ਹੈ ਜੀ। ਜੇ ਗ੍ਰਾਮੀਣ ਮੈਂ ਹਿੰਦੂ ਬ੍ਰਿੰਦ, ਜੇ ਗ੍ਰਾਮੀਣ ਭਾਵ ਕਸ਼ਮੀਰ ਦੇ ਜਿਹੜੇ ਜਿਹੜੇ ਨਗਰਾਂ ਦੇ ਅੰਦਰ, ਜਿਨ੍ਹਾਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਹਿੰਦੂ ਮੱਤ ਵਾਲਿਆਂ ਦੀ ਬਹੁਤ ਗਿਣਤੀ ਹੈ ਜੀ। ਪ੍ਰਥਮ ਤੁਰਕ ਤਿਨ ਕਰੋ ਬਿਲੰਦ, ਤੇ ਇਹ ਕਿਹਾ ਹੋਇਆ ਹੈ ਵੀ ਪਹਿਲੇ ਉਹਨਾਂ ਨਗਰਾਂ ਨੂੰ ਹੀ ਘੇਰ ਕਰਕੇ, ਉਹਨਾਂ ਦੇ ਲੋਕਾਂ ਨੂੰ ਇਕੱਤਰ ਕਰਕੇ, ਲਾਲਚ ਦੇ ਕਰਕੇ, ਭੈ ਦੇ ਕਰਕੇ, ਦੰਡ ਦੇ ਕਰਕੇ ਇਸ ਇਸਲਾਮ ਧਰਮ ਦੇ ਵਿੱਚ ਲਿਆਂਦਾ ਜਾਵੇ। ਜਿੱਥੇ ਬਹੁਤੀ ਗਿਣਤੀ ਦੇ ਵਿੱਚ ਹਿੰਦੂ ਵਸਦੇ ਨੇ ਨਾ, ਸਭ ਤੋਂ ਪਹਿਲਾਂ ਉਹਨਾਂ ਨਗਰਾਂ ਦੇ ਉੱਪਰ ਇਹ ਜਿਹੜਾ ਕਾਰਜ ਹੈ ਪ੍ਰਾਰੰਭ ਕੀਤਾ ਜਾਏ ਜੀ। ਅਰਬਤ ਬਾਸੀ ਦਿਜ ਸਮੁਦਾਏ, ਤੇ ਹੋਰ ਬਹੁਤ ਸਾਰੇ ਦਿਜਬਰ ਜਿਹੜੇ ਪਰਬਤ ਵਾਸੀ ਭਾਵ ਉਹਨਾਂ ਇਲਾਕਿਆਂ ਦੇ ਵਿੱਚ ਨਗਰਾਂ ਤੋਂ ਦੂਰ ਦੂਰ ਹੋਰ ਅਲੱਗ-ਅਲੱਗ ਥਾਵਾਂ ਤੇ ਜਿਹੜੇ ਦਿਜਬਰ ਆ ਬ੍ਰਾਹਮਣ ਜਨ ਆਦਿਕ ਰਹਿੰਦੇ ਹਨ। ਕੇਤਿਕ ਖੱਤਰੀ ਸਦਨ ਬਸਾਏ, ਤੇ ਬਹੁਤ ਸਾਰੇ ਐਸੇ ਹਿੰਦੂ ਖੱਤਰੀ ਵੀ ਹਨ ਜਿਨ੍ਹਾਂ ਨੇ ਆਪਣੇ ਉਹਨਾਂ ਇਲਾਕਿਆਂ ਦੇ ਵਿੱਚ ਘਰ ਆਦਿਕ ਬਣਾਏ ਹੋਏ ਹਨ ਤੇ ਬਹੁਤ ਲੰਬੇ ਸਮੇਂ ਤੋਂ ਇਹ ਸੂਬੇ ਦੇ ਵਿੱਚ ਆਪ ਆਪਣੇ ਪਰਿਵਾਰਾਂ ਸਹਿਤ ਰਹੇ ਸਨ। ਤੈਂ ਚੜ੍ਹਾਏ ਜੋਰ ਕੋ ਕਾਲਾ, ਜਿਸ ਵਕਤ ਇਹਨਾਂ ਸਾਰਿਆਂ ਨੂੰ ਪਤਾ ਲੱਗਾ ਵੀ ਸ਼ੇਰ ਅਫਗਾਨ ਖਾਨ ਜਿਹੜਾ ਹੈ ਹੁਣ ਜ਼ਬਰਦਸਤੀ ਸਾਡੇ ਧਰਮ ਨੂੰ ਤਬਦੀਲ ਕਰਵਾਏਗਾ, ਕਿਉਂਕਿ ਉਸ ਦੇ ਪਾਸ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਪਹੁੰਚ ਚੁੱਕਾ ਹੈ। ਸੋ ਸਾਰੇ ਇਕੱਤਰ ਹੋ ਕਰਕੇ ਇੱਥੇ ਇਹਦੇ ਪਾਸ ਸ਼ੇਰ ਅਫਗਾਨ ਪਾਸ ਸੂਬੇਦਾਰ ਦੇ ਪਾਸ ਵੀ ਪਹੁੰਚੇ ਹਨ। ਕੀਨੋ ਤਿਨਕੋ ਤੁਰਕ ਵਿਸਾਲਾ, ਪਰੰਤੂ ਉਹਨਾਂ ਦੀ ਵੀ ਇੱਕ ਨਾ ਸੁਣੀ ਗਈ। ਸਮੇਂ ਦੇ ਹੁਕਮਰਾਨਾਂ ਨੇ ਜ਼ਬਰਦਸਤੀ ਸਾਰਿਆਂ ਨੂੰ ਇਹਦੇ ਵਿੱਚ ਆਉਣ ਦੇ ਲਈ ਮਜਬੂਰ ਕਰ ਦਿੱਤਾ। ਸਾਰਿਆਂ ਨੂੰ ਆਪਣਾ ਧਰਮ ਤਬਦੀਲ ਕਰਨ ਦੇ ਲਈ, ਖਾਸ ਕਰਕੇ ਹਿੰਦੂ ਸਨਾਤਨੀ
ਤੇ ਹੋਰ ਜੇ ਕੋਈ ਅਨਮਤ ਦਾ ਹੈ, ਸਭ ਨੂੰ ਇਸ ਧਰਮ ਆਪਣੇ ਧਰਮ ਨੂੰ ਤਬਦੀਲ ਕਰਕੇ ਇਸਲਾਮ ਨੂੰ ਧਾਰਨ ਕਰਨ ਦੇ ਲਈ ਮਜਬੂਰ ਕਰ ਰਹੇ ਹਨ। 20 30 ਕੋ ਸਨ ਮੈਂ ਜੋਏ। ਭਾਈ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ 20-30 ਕੋ ਤੱਕ ਕਸ਼ਮੀਰ ਦੇ ਚੁਗਿਰਦੇ ਵੀ ਦੂਰ ਦੂਰ ਤੱਕ ਜਿੱਥੇ ਜਿੱਥੇ ਵੀ ਕੋਈ ਅਨਮਤੀ ਸਨਾਤਨੀ ਹਿੰਦੂ ਧਰਮ ਵਾਲਾ ਬੈਠਾ ਹੈ, ਜ਼ਬਰਦਸਤੀ ਉਸ ਤੋਂ ਉਸ ਦਾ ਧਰਮ ਤਬਦੀਲ ਕਰਵਾਇਆ ਜਾ ਰਿਹਾ ਹੈ ਜੀ। ਇੱਕ ਦਿਨ ਸਕਲ ਇਕੱਠੇ ਹੋਏ। ਫਿਰ ਇਹ ਸਾਰੇ ਦੇ ਸਾਰੇ ਦੂਰ ਨੇੜੇ ਵਾਲੇ ਜਿਤਨੇ ਵੀ ਸਨ, ਸਾਰਿਆਂ ਨੂੰ ਇੱਕ ਥਾਂ ਤੇ ਇਕੱਤਰ ਕੀਤਾ ਗਿਆ ਹੈ। ਕਰੇ ਉਤਾਰਨ ਸਰਬ ਜਨੇਊ। ਤੇ ਇਕੱਤਰ ਕਰਕੇ ਸਰਕਾਰੀ ਹਾਕਮਾਂ ਨੇ ਆਪਣੀ ਜ਼ੋਰ ਦੇ ਨਾਲ, ਆਪਣੇ ਤਰੀਕੇ ਦੇ ਨਾਲ, ਕਿਉਂਕਿ ਪਹਿਲੇ ਲਾਲਚ ਵੀ ਦਿੱਤਾ ਗਿਆ ਸੀ, ਕੱਲ ਦਿਆਂ ਦੀਵਾਨਾਂ ਅੰਦਰ ਇਹ ਸਾਰਾ ਜ਼ਿਕਰ ਆਇਆ ਸੀ ਕਿ ਲਾਲਚ ਦੇ ਕਰਕੇ, ਪਿਆਰ ਦੇ ਨਾਲ ਲੋੜਾਂ ਨੂੰ ਪੂਰਤੀ ਕਰਕੇ ਧਰਮ ਤਬਦੀਲ ਕਰਵਾਓ। ਫਿਰ ਵੀ ਜੇ ਕੋਈ ਤਿਆਰ ਨਹੀਂ ਤੇ ਫਿਰ ਉਹਨੂੰ ਦੰਡ ਦੇ ਕਰਕੇ। ਸੋ ਹੁਣ ਦੂਰ ਦੂਰ ਨੇੜੇ ਜਿਤਨੇ ਵੀ ਜਿੱਥੇ ਕੋਈ ਸਨਾਤਨੀ ਅਨਮਤ ਵਾਲੇ ਹਿੰਦੂ ਵਸਦੇ ਹਨ, ਸਾਰਿਆਂ ਨੂੰ ਇਕੱਠੇ ਕਰਕੇ ਤੇ ਜ਼ਬਰਦਸਤੀ ਹੁਕਮਰਾਨਾਂ ਵੱਲੋਂ ਫੌਜਾਂ ਦਾ ਭੈ ਦੇ ਕਰਕੇ ਇਹਨਾਂ ਦਾ ਧਰਮ ਤਬਦੀਲ ਕਰਵਾਇਆ ਜਾ ਰਿਹਾ ਹੈ ਜੀ। ਤੋਲ ਸਵਾ ਮਨ ਹੋਇਸ ਤੇਊ। ਤੇ ਇਤਨਿਆਂ ਮਨੁੱਖਾਂ ਦੇ ਧਰਮ ਜਿਹੜੇ ਨੇ ਤਬਦੀਲ ਕਰਵਾ ਦਿੱਤੇ, ਭਾਵ ਇਤਨਿਆਂ ਹਿੰਦੂਆਂ ਨੂੰ ਤੁਰਕ ਬਣਾ ਦਿੱਤਾ ਗਿਆ ਕਿ ਜਿਹੜਾ ਜਨੇਊ ਸਨਾਤਨੀ ਤਾਂ ਹਿੰਦੂ ਜਿਹੜੇ ਆਪਣੇ ਗਲ ਵਿੱਚ ਪਾਉਂਦੇ ਹਨ, ਉਹ ਜੇਕਰ ਜਿਤਨੇ ਲਾਏ ਗਏ ਹਨ ਉਹਨਾਂ ਦੀ ਗਿਣਤੀ ਕੀਤੀ ਜਾਵੇ ਤੇ ਉਹਨਾਂ ਦਾ ਜਿਹੜਾ ਭਾਰ ਹੈ ਉਹ ਸਵਾ ਮਨ ਬਣ ਜਾਏਗਾ। ਕਿਉਂਕਿ ਵੇਖੋ ਜਿਹੜਾ ਜਨੇਊ ਹੈ ਉਹਦਾ ਕੋਈ ਬਹੁਤਾ ਭਾਰ ਨਹੀਂ ਹੁੰਦਾ, 3 ਕੁ ਧਾਗਿਆਂ ਦਾ ਇੱਕ ਜਨੇਊ ਹੁੰਦਾ। ਤੇ ਜੇਕਰ ਅਸੀਂ ਵੇਖਾਂਗੇ ਵੀ ਸਵਾ ਮਣ ਜਨੇਊ ਕਿੰਨਿਆਂ ਕੁ ਮਨੁੱਖਾਂ ਦੇ ਤਨ ਤੋਂ ਉਹ ਜਨੇਊ ਲਾਇਆ ਗਿਆ ਹੋਣਾ ਕਿ ਉਹਦਾ ਭਾਰ ਸਵਾ ਮਣ ਬਣਿਆ ਹੋਣਾ। 3 ਕੁ ਧਾਗੇ, ਇੱਕ ਰਸਮ ਹੈ ਜਨੇਊ ਦੀ। ਸਨਾਤਨੀ ਮੱਤ ਵਾਲੇ ਜਿਹੜੇ ਹਨ ਉਹ ਜਨੇਊ ਪਾ ਕੇ ਆਪਣੇ ਆਪ ਨੂੰ ਉਸ ਧਰਮ ਦਾ ਨਿਆਈ, ਉਹ ਧਾਰਨ, ਉਸ ਧਰਮ ਦਾ ਮਨੁੱਖ ਸਮਝਦੇ ਹਨ। ਸੋ ਇਸ ਵਿੱਚ ਸ਼ੇਰ ਅਫਗਾਨ ਨੇ ਔਰੰਗਜ਼ੇਬ ਦੇ ਆਏ ਹੋਏ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਹੋਇਆਂ ਆਪਣੇ ਸੂਬੇ ਦੇ ਅੰਦਰੋਂ 30-40 ਕੋਹ ਤੱਕ ਜਿੱਥੇ ਜਿੱਥੇ ਵੀ ਕੋਈ ਸਨਾਤਨੀ ਅਨਮਤ ਵਾਲਾ ਹਿੰਦੂ ਬੈਠਾ ਹੈ, ਉਹਨੂੰ ਪਹਿਲਾਂ ਆਪਣੇ ਪਾਸ, ਭਾਵ ਕਸ਼ਮੀਰ ਦੇ ਸੂਬੇ ਅੰਦਰ ਆਪਣੇ ਪਾਸ ਬੁਲਾਇਆ ਤੇ ਫਿਰ ਜ਼ਬਰਦਸਤੀ ਉਹਨਾਂ ਦਾ ਧਰਮ ਜਿਹੜਾ ਹੈ ਉਹ ਤਬਦੀਲ ਕਰਵਾਇਆ। ਇਸ ਵਿੱਚ ਸਵਾ ਮਣ ਦੇ ਕਰੀਬ ਜੰਜੂ ਜਿਹੜਾ ਹੈ ਉਹ ਲਾ ਕਰਕੇ, ਤਿਲਕ ਵਾਹਿਗੁਰੂ, ਉਸ ਜਨੇਊ ਲਾ ਕਰਕੇ ਤੇ ਉਹ ਇਕੱਠਾ ਕੀਤਾ ਗਿਆ ਹੈ। ਤਿਸ ਦਿਨ ਤੁਰਕ ਪਏ ਹੈ ਸਾਰੇ। ਇਸ ਵਿੱਚ ਕਹਿਣ ਲੱਗੇ ਉਸ ਦਿਨ ਸਭ ਤੋਂ ਵੱਧ ਗਿਣਤੀ ਦੇ ਵਿੱਚ ਮਨੁੱਖਾਂ ਦੇ ਧਰਮ ਤਬਦੀਲ ਕਰਵਾਏ ਗਏ। ਤੇ ਇਹ ਕੋਈ ਪਿਆਰ ਵਾਲੀ ਖੇਡ ਨਹੀਂ ਸੀ, ਜ਼ਬਰਦਸਤੀ। ਕਿਉਂਕਿ ਉਸ ਵਕਤ, ਜਿਸ ਵਕਤ ਇਹ ਸਭ ਕਰਵਾਇਆ ਜਾ ਰਿਹਾ, ਕੋਈ ਹਿੰਦੂ ਤੇ ਧਰਮ ਤਬਦੀਲ ਕਰਨ ਦੇ ਲਈ ਤਿਆਰ ਹੀ ਨਹੀਂ ਸੀ। ਕਿਉਂਕਿ ਸਨਾਤਨੀ ਸਮਾਜ, ਹਿੰਦੂ ਸਮਾਜ ਤਾਂ ਇਸ ਹੁਕਮਰਾਨ ਤੋਂ ਹੀ ਬਹੁਤ ਨਫ਼ਰਤ ਕਰਦਾ ਸੀ, ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ, ਇਹਨੂੰ ਤਾਂ ਜ਼ਾਲਮ ਕਹਿੰਦੇ ਸਨ। ਸੋ ਫਿਰ ਵੀ ਇਸ ਬਾਦਸ਼ਾਹ ਨੇ ਸਖਤੀ ਦੇ ਨਾਲ ਆਪਣੇ ਇਹਨਾਂ ਕਾਨੂੰਨਾਂ ਨੂੰ ਬਣਾ ਕਰਕੇ ਤੇ ਆਮ ਲੋਕਾਂ ਦੇ ਉੱਪਰ ਇਸ ਢੰਗ ਨਾਲ ਥੋਪਿਆ ਕਿ ਜਿਹੜੇ ਸੂਬੇਦਾਰ ਨੇ ਹੁਣ ਆਪਣੇ ਆਪਣੇ ਰਾਜਾਂ ਦੇ ਅੰਦਰ, ਆਪਣੇ ਜਿੱਥੇ ਵੀ ਕੋਈ ਸਨਾਤਨੀ ਵਸਦੇ ਹਨ, ਹਿੰਦੂ ਮਨੁੱਖ ਹਨ, ਉਹਨਾਂ ਸਾਰਿਆਂ ਦਾ ਧਰਮ ਇਸ ਵਿੱਚ ਤਬਦੀਲ ਕਰਵਾਉਣ ਲੱਗੇ। ਸਭ ਤੋਂ ਪਹਿਲਾਂ ਕਸ਼ਮੀਰ ਦੇ ਅੰਦਰ ਐਸੀ ਕਲਾ ਵਰਤਾਈ ਗਈ ਵੀ ਉੱਥੇ ਹੁਣ ਕੋਈ ਅਨਮਤ ਹਿੰਦੂ ਮਤ ਦੇ ਵਿੱਚੋਂ ਬਚਿਆ ਨਹੀਂ, ਭਾਵ ਲਗਭਗ ਸਾਰਿਆਂ ਦਾ ਧਰਮ ਜਿਹੜਾ ਹੈ ਜ਼ਬਰਦਸਤੀ ਤਬਦੀਲ ਕਰਵਾਇਆ ਗਿਆ ਹੈ। ਹਿੰਦੁਨ ਹਾਹਾਕਾਰ ਉਚਾਰੇ। ਤੇ ਜਿਸ ਦਿਨ ਇਹ ਸਭ ਤੋਂ ਵੱਡਾ ਕੰਮ ਕੀਤਾ ਗਿਆ, ਸਭ ਨੂੰ ਇਕੱਤਰ ਕਰਕੇ ਤੇ ਜ਼ਬਰਦਸਤੀ ਉਹਨਾਂ ਨੂੰ ਇਹ ਭੈ ਦਿੱਤਾ ਗਿਆ ਕਿ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ, ਤੇ ਉਸ ਭੈ ਦੇ ਅਧੀਨ ਧਰਮ ਤਬਦੀਲ ਹੋਇਆ। ਸੋ ਇਹ ਜਿਹੜੀ ਘਟਨਾ ਹੈ, ਇਸ ਦਾ ਸਾਰੇ ਪਾਸੇ ਬਹੁਤ ਹਾਹਾਕਾਰ ਹੋਈ, ਰੌਲਾ ਪੈ ਗਿਆ। ਹਰ ਥਾਂ ਤੇ ਹਿੰਦੂ ਜਿਹੜੇ ਸਾਨੂੰ ਭੈ ਵਿੱਚ ਆ ਗਏ, ਸਭ ਪਾਸੇ ਇਹਦਾ ਬਹੁਤ ਸ਼ੋਰ ਹੋਇਆ ਹੈ ਜੀ। ਖੱਖੇ ਨਾਮ ਪਇਓ ਖਤਰੀਨ। ਤੇ ਜਿਨ੍ਹਾਂ ਜਿਨ੍ਹਾਂ ਖੱਤਰੀਆਂ ਦੇ ਧਰਮ ਤਬਦੀਲ ਕਰਵਾਏ ਗਏ, ਕਿਉਂਕਿ ਸਨਾਤਨੀ ਮਤ ਦੇ ਵਿੱਚ 4 ਵਰਨ ਨੇ, ਜਿਹਦੇ ਵਿੱਚ ਖੱਤਰੀ ਤੇ ਬ੍ਰਾਹਮਣ ਇਹ 2 ਮੁਖੀ ਵਰਨ ਮੰਨੇ ਜਾਂਦੇ ਨੇ। ਸੋ ਬ੍ਰਾਹਮਣ ਤੇ ਖੱਤਰੀ, ਜਿਨ੍ਹਾਂ ਖੱਤਰੀਆਂ ਦੇ ਧਰਮ ਜਿਹੜੇ ਸਨ ਤਬਦੀਲ ਕਰਵਾ ਕੇ ਉਹਨਾਂ ਨੂੰ ਤੁਰਕ ਬਣਾਇਆ ਗਿਆ, ਉਹਨਾਂ ਦਾ ਨਾਮ ਜਿਹੜਾ ਸੀ ਖੱਖੇ ਰੱਖਿਆ ਗਿਆ। ਭਾਵੇਂ ਉਹ ਖੱਖੇ ਨੇ ਜਿਨ੍ਹਾਂ ਦਾ ਧਰਮ ਜਿਹੜੇ ਮੁੱਢ ਤੋਂ ਤੇ ਸਨਾਤਨੀ ਧਰਮ ਤੋਂ ਹਨ, ਲੇਕਿਨ ਹੁਣ ਇਹਨਾਂ ਨੇ ਬਾਦਸ਼ਾਹ ਦੇ ਹੁਕਮ ਤੋਂ ਬਾਅਦ ਇੰਨੇ ਮਨੁੱਖਾਂ ਨੇ ਇਹ ਧਰਮ ਜਿਹੜਾ ਹੈ ਇਹ ਤਬਦੀਲ ਕਰ ਲਿਆ ਹੈ ਜੀ। ਅੰਬੇ ਨਾਮ ਦਿਜਨ ਕੋ ਕੀਨ। ਤੇ ਜਿਹੜੇ ਦਿਜਬਰ ਬ੍ਰਾਹਮਣ ਲੋਕ ਸਨ, ਬ੍ਰਾਹਮਣ ਜਾਤੀ ਦੇ ਨਾਲ ਸੰਬੰਧ ਰੱਖਦੇ ਸਨ, ਕਿਉਂਕਿ ਇਹ ਖਾਸ ਕਰਕੇ ਸ੍ਰੇਸ਼ਟ ਜਾਤੀ ਮੰਨੀ ਜਾਂਦੀ ਹੈ ਸਨਾਤਨੀ ਵਰਨਵੰਡ ਦੇ ਅਨੁਸਾਰ।
ਤੇ ਇਸ ਜਾਤੀ ਦੇ ਵਿੱਚ ਸਭ ਤੋਂ ਸਿਆਣੇ ਦਿਜਬਰ ਮਨੁੱਖ ਹੁੰਦੇ ਨੇ, ਸਿਆਣੇ ਪੰਡਤ ਬ੍ਰਾਹਮਣ ਜਨ ਜਿਹੜੇ ਕਿ ਵੇਦਾਂ ਸ਼ਾਸਤਰਾਂ ਦੀਆਂ ਵਿਚਾਰਾਂ ਕਰਦੇ ਹਨ ਤੇ ਬਹੁਤ ਮਤਵੰਤ ਬੁੱਧੀਵੰਤ ਲੋਕ ਹੁੰਦੇ ਨੇ। ਸੋ ਜਿਨ੍ਹਾਂ ਬ੍ਰਾਹਮਣਾਂ ਦੇ ਧਰਮ ਤਬਦੀਲ ਕਰਵਾਏ ਗਏ, ਦਿਜਬਰਾਂ ਦੇ ਧਰਮ ਤਬਦੀਲ ਕਰਵਾਏ ਗਏ, ਉਹਨਾਂ ਦੇ ਨਾਮ ਅੱਗੇ ਬੰਬੇ ਸ਼ਬਦ ਲਾਇਆ ਗਿਆ, ਕਿਉਂਕਿ ਇਹ ਉਹ ਨੇ ਜਿਨ੍ਹਾਂ ਨੇ ਬਾਦਸ਼ਾਹ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਆਪਣਾ ਧਰਮ ਤਬਦੀਲ ਕੀਤਾ ਹੈ ਜੀ। ਪੁਰ ਕਸ਼ਮੀਰ ਤੀਰ ਗਿਰ ਜੋਏ। ਤੇ ਫਿਰ ਇਸ ਤੋਂ ਬਾਅਦ ਸ਼ੇਰ ਅਫਗਾਨ ਨੇ ਕਸ਼ਮੀਰ ਦੇ ਨਾਲ ਸਰਹੱਦੀ ਇਲਾਕਿਆਂ ਦੇ ਉੱਪਰ ਜਿੱਥੇ ਜਿੱਥੇ ਵੀ ਕੋਈ ਅਨਮਤ ਵਾਲਾ ਬੈਠਾ ਹੈ, ਤੀਰ ਗਿਰ ਜੋਏ ਭਾਵ ਉਹਦੇ ਬਿਲਕੁਲ ਸਰਹੱਦੀ ਇਲਾਕੇ, ਹੋਰਨਾਂ ਸੂਬਿਆਂ ਦੇ ਨਾਲ ਲੱਗਦੇ ਹੋਏ ਇਲਾਕੇ, ਉਹਨਾਂ ਇਲਾਕਿਆਂ ਦੇ ਅੰਦਰ ਵੀ ਸਖਤੀ ਦੇ ਨਾਲ ਔਰੰਗਜ਼ੇਬ ਦੇ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਹੈ ਜੀ। ਕੇਤਿਕ ਦਿਵਸ ਮੈਂ ਤੁਰਕ ਸੋ ਹੋਏ। ਸੋ ਇਸ ਵਿੱਚ ਥੋੜੇ ਹੀ ਦਿਨਾਂ ਦਾ ਸਮਾਂ ਲੱਗਾ ਬਾਦਸ਼ਾਹ ਔਰੰਗਜ਼ੇਬ ਦੇ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ। ਸ਼ੇਰ ਅਫਗਾਨ ਨੇ ਥੋੜੇ ਸਮੇਂ ਦੇ ਵਿੱਚ ਹੀ ਆਪਣੇ ਪੂਰੇ ਸੂਬੇ ਦੇ ਵਿੱਚ ਹਾਹਾਕਾਰ ਮਚਾ ਦਿੱਤੀ। ਜਿੱਥੇ ਵੀ ਕੋਈ ਅਨਮਤ ਵਾਲਾ ਬੈਠਾ ਹੈ, ਜ਼ੋਰ ਜ਼ਬਰਦਸਤੀ ਦੇ ਨਾਲ, ਲਾਲਚ ਦੇ ਨਾਲ, ਪਿਆਰ ਦੇ ਨਾਲ, ਜਿਵੇਂ ਕੋਈ ਮੰਨਿਆ, ਸੋ ਸਭ ਨੂੰ ਤੁਰਕ ਬਣਾਉਣ ਦੀ ਯਤਨ ਕੀਤੇ ਜਾ ਰਹੇ ਹਨ। ਦਰਬ ਆਦ ਸਮਗਰੀ ਜੇਤੀ। ਭਾਵੇਂ ਜੇ ਕੋਈ ਧਨ ਨਾਲ ਮੰਨਦਾ ਹੈ ਜਾਂ ਕੁਦਰਤੀ ਤੌਰ ਤੇ ਕਈ ਵਾਰ ਐਸਾ ਵੀ ਹੋ ਜਾਂਦਾ ਹੈ ਕਿ ਜਿਵੇਂ ਕੁਝ ਇੱਕ ਨੂੰ ਜ਼ਬਰਦਸਤੀ ਧਰਮ ਜਿਹੜਾ ਹੈ ਤਬਦੀਲ ਕਰਵਾਇਆ ਜਾਂਦਾ ਹੈ ਭੈ ਦੇ ਕਰਕੇ, ਤੇ ਉਹਦੇ ਵਿੱਚ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਫਿਰ ਮੌਤ ਦੇ ਦਰ ਤੋਂ ਆਪਣੇ ਆਪ ਹੀ ਇਹ ਪ੍ਰਵਾਨ ਕਰ ਲੈਂਦੇ ਨੇ ਵੀ ਅਸੀਂ ਧਰਮ ਤਬਦੀਲ ਕਰ ਲੈਂਦੇ ਹਾਂ। ਸੋ ਇਸ ਵਿਧਨਾ ਬਹੁਤ ਭੈ ਜਿਹੜਾ ਹੈ ਕਸ਼ਮੀਰ ਦੀ ਧਰਤੀ ਤੇ ਵਰਤ ਗਿਆ ਬਾਦਸ਼ਾਹ ਦੇ ਇੱਕ ਹੁਕਮ ਤੋਂ ਬਾਅਦ, ਕਿਉਂਕਿ ਉੱਥੋਂ ਦਾ ਸੂਬੇਦਾਰ ਬੜੀ ਸਖਤੀ ਦੇ ਨਾਲ ਆਪਣੇ ਕੁਰਸੀ ਨੂੰ ਬਚਾਉਣ ਦੇ ਲਈ ਇਹਨਾਂ ਲੋਕਾਂ ਦੇ ਉੱਪਰ ਅੱਤ ਦਾ ਤਸ਼ੱਦਦ ਕਰਕੇ ਤੇ ਧਰਮ ਜਿਹੜਾ ਹੈ ਤਬਦੀਲ ਕਰਵਾ ਰਿਹਾ ਸੀ। ਘਰ ਤੁਰਕਨ ਕੇ ਬਿਰਦੀ ਤੇਤੀ। ਤੇ ਇਸ ਵਿੱਚ ਜਿਹੜੇ ਤੁਰਕਾਂ ਦੇ ਘਰ ਹਨ, ਭਾਵ ਹੁਣ ਬਹੁਤ ਜਲਦੀ ਇਹ ਗਿਣਤੀ ਜਿਹੜੀ ਹੈ ਵੱਧ ਰਹੀ ਹੈ, ਤੇ ਬਾਦਸ਼ਾਹ ਵੀ ਇਹ ਚਾਹੁੰਦਾ ਸੀ ਵੀ ਸਮੁੱਚੇ ਹਿੰਦੁਸਤਾਨ ਦੇ ਅੰਦਰ ਕੋਈ ਅਨਮਤ ਵਾਲਾ ਦਿਸੇ ਹੀ ਨਾ, ਕੋਈ ਦੂਸਰੇ ਧਰਮ ਵਾਲਾ ਹੋਵੇ ਹੀ ਨਾ, ਹਰ ਪਾਸੇ ਇਸਲਾਮ ਦਾ ਹੀ ਡੰਕਾ ਵੱਜੇ, ਹਰ ਪਾਸੇ ਇਸਲਾਮੀ ਬੈਠਾ ਹੋਵੇ, ਕਿਉਂਕਿ ਉਹ ਇੱਕ ਹੀ ਧਰਮ ਰੱਖਣਾ ਚਾਹੁੰਦਾ ਸੀ। ਸੋ ਇਸ ਵਿਧ ਉਹਦੇ ਹੁਕਮ ਦੇ ਨਾਲ ਕਸ਼ਮੀਰ ਦੇ ਅੰਦਰ ਇਹ ਕੁਝ ਹੋਇਆ, ਤੇ ਇਸ ਵਿਧ ਕਸ਼ਮੀਰ ਦੇ ਵਿੱਚ ਤੁਰਕਾਂ ਦੀ ਗਿਣਤੀ ਜਿਹੜੀ ਹੈ, ਇਸਲਾਮੀਆਂ ਦੀ ਗਿਣਤੀ ਬਹੁਤ ਵੱਧ ਗਈ ਹੈ। ਇਮਵਡ ਹਿੰਦੁਨ ਕੀ ਜਬ ਟੂਟੀ। ਤੇ ਇਸ ਵਿਧ ਨਾਲ ਭਾਈ ਸਾਹਿਬ ਜੀ ਇਹ ਵੀ ਕਹਿਣ ਲੱਗੇ ਵੀ ਹਿੰਦੂਆਂ ਦੀ ਅੜੀ ਟੁੱਟ ਗਈ, ਕਿਉਂਕਿ ਇਸ ਤੋਂ ਪਹਿਲਾਂ ਦਾ ਜੇ ਕਿਤੇ ਅਸੀਂ ਇਤਿਹਾਸ ਵਾਚਾਂਗੇ ਨਾ, ਠੀਕ ਹੈ, ਭਾਵੇਂ ਅਸੀਂ ਕਹਿੰਦੇ ਆ ਵੀ ਬਾਦਸ਼ਾਹ ਨੇ ਸਖਤੀ ਨਾਲ ਇਹ ਕੰਮ ਕੀਤੇ, ਲੇਕਿਨ ਜਿਹੜਾ ਆਪਣੇ ਸਮੇਂ ਦੇ ਵਿੱਚ ਸਨਾਤਨੀ ਮਤ ਨੇ ਵੀ ਬਹੁਤ ਕੁਝ ਐਸਾ ਕੀਤਾ ਹੈ, ਮੌਜੂਦਾ ਸਮੇਂ ਵਿੱਚ ਵੀ ਆਪਾਂ ਵੇਖਦੇ ਪਏ ਹਾਂ। ਸੋ ਇਸ ਵਿੱਚ ਜਿਹੜੇ ਹਿੰਦੂ ਸਨ ਅੜੀ ਲੈ ਕਰਕੇ ਬੈਠੇ ਸਨ, ਜਿਹੜੇ ਕਿ ਵਾਰ-ਵਾਰ ਬਾਦਸ਼ਾਹ ਦੇ ਨਾਲ ਕਈ ਵਾਰ ਰਾਜਨੀਤਿਕ ਪੱਧਰ ਤੇ ਵੀ ਕੁਝ ਬਾਤਾਂ ਐਸੀਆਂ ਹੁੰਦੀਆਂ ਸਨ। ਬਾਦਸ਼ਾਹ ਨੇ ਅਖੀਰ ਆਪਣੇ ਜ਼ੋਰ ਨੂੰ ਅਜਮਾਉਂਦਿਆਂ ਹੋਇਆਂ ਆਪਣੀ ਸਭਾ ਦੇ ਵਿੱਚ ਇਹ ਕਾਨੂੰਨ ਬਣਾ ਕਰਕੇ ਤੇ ਲਾਗੂ ਕਰ ਦਿੱਤੇ ਕਿ ਭਾਵ ਹੁਣ ਨਾ ਤੇ ਇੱਥੇ ਕੋਈ ਸਨਾਤਨੀ ਰਹੇਗਾ, ਨਾ ਹੀ ਕੋਈ ਇੱਥੇ ਸਨਾਤਨੀ ਮਤ ਦਾ ਗ੍ਰੰਥ ਪੜ੍ਹ ਸਕੇਗਾ, ਨਾ ਹੀ ਕੋਈ ਸਨਾਤਨੀ ਵਿਦਿਆਲਿਆ ਹੋਵੇਗਾ। ਇਹ ਬਹੁਤ ਲੰਬੇ ਸਮੇਂ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਇਹ ਸਭ ਕੁਝ ਕੀਤਾ ਸੀ। ਜੇ ਅਸੀਂ ਇਹ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਤੋਂ ਅਗਾਂਹ ਜਾ ਕਰਕੇ ਉਸ ਸਮੇਂ ਦੇ ਰਾਜਨੀਤਿਕ ਇਤਿਹਾਸ ਨੂੰ ਵੇਖੀਏ ਨਾ, ਜੋ ਬਾਦਸ਼ਾਹ ਔਰੰਗਜ਼ੇਬ ਨੇ ਉਸ ਵਕਤ ਕੀਤਾ, ਤੇ ਸਾਡਾ ਇਤਿਹਾਸ ਕਹਿੰਦਾ ਕੋਈ 1668 ਦੇ ਅੰਦਰ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਸਭਾ ਦੇ ਵਿੱਚ ਇਹ ਕਾਨੂੰਨ ਸਮੇਂ-ਸਮੇਂ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਸਭ ਤੋਂ ਪਹਿਲਾ ਕਾਨੂੰਨ ਉਹਨੇ ਆਪਣੀ ਸਭਾ ਵਿੱਚ ਇਹ ਬਣਾਇਆ ਸੀ ਵੀ ਇਸ ਹਿੰਦੁਸਤਾਨ ਦੇਸ਼ ਦੇ ਅੰਦਰ ਜਿੱਥੇ ਹਿੰਦੂ ਮਤ ਦੇ ਗ੍ਰੰਥ ਤੇ ਹਿੰਦੂ ਮਤ ਦੀ ਸਿੱਖਿਆ ਪੜ੍ਹਾਈ ਜਾਂਦੀ ਹੈ, ਉਹਦੇ ਉੱਪਰ ਪਾਬੰਦੀ ਲਾਈ ਜਾਵੇ। ਕੋਈ ਯੂਨੀਵਰਸਿਟੀ, ਕੋਈ ਕਾਲਜ, ਕੋਈ ਵਿਦਿਆਲਿਆ, ਇੱਥੋਂ ਤੱਕ ਬਨਾਰਸ ਤੱਕ ਵੀ ਸਭ ਕੁਝ ਬੰਦ ਕਰ ਦਿੱਤਾ ਗਿਆ, ਕਿਉਂਕਿ ਨਾ ਇਹ ਗ੍ਰੰਥ ਪੜ੍ਹਨਗੇ, ਨਾ ਇਹ ਗੱਲ ਹੋਏਗੀ, ਤੇ ਨਾ ਕੋਈ ਅੱਗੇ ਇਸ ਮਤ ਦਾ ਧਾਰਨੀ ਬਣੇਗਾ। ਸੋ ਸਹੀਜੇ ਫਿਰ ਉਸਨੇ ਅਗਲੇ ਕਾਨੂੰਨ ਬਣਾਏ, ਪੜ੍ਹਾਉਣ ਵਾਲਿਆਂ ਨੂੰ ਵੀ ਫੜਿਆ। ਉਸ ਤੋਂ ਬਾਅਦ ਫਿਰ ਅੱਗੇ ਆਪਣੇ ਜ਼ੋਰ ਦੇ ਨਾਲ ਉਹ ਕਾਨੂੰਨ ਬਣਾਏ ਵੀ ਹੁਣ ਇਹਨਾਂ ਦੇ ਧਰਮ ਤਬਦੀਲ ਕਰਵਾਏ ਜਾਣ, ਜਿਵੇਂ ਕਿਵੇਂ ਇਹ ਸਾਰੇ ਹਿੰਦੁਸਤਾਨ ਦੇਸ਼ ਦੇ ਵਿੱਚ ਇਸਲਾਮ ਦਾ ਹੀ ਡੰਕਾ ਵੱਜੇ। ਸੋ ਬਹੁਤ ਵੱਡੇ ਪੱਧਰ ਤੇ ਉਸਨੇ ਇਹ ਯਤਨ ਕੀਤੇ ਸਨ, ਜਿਹਦੇ ਲਈ ਸਭ ਤੋਂ ਪਹਿਲਾਂ ਸੂਬਾ ਚੁਣਿਆ ਗਿਆ ਸੀ ਕਸ਼ਮੀਰ ਦਾ। ਤੇ ਕਸ਼ਮੀਰ ਦੇ ਸੂਬੇ ਦੇ ਲਈ ਜਿਸ ਵਕਤ ਸ਼ੇਰ ਅਫਗਾਨ ਨੇ ਇਹ ਕਾਰਜ ਪ੍ਰਾਰੰਭ ਕੀਤਾ, ਉਹਦੀ ਹਾਹਾਕਾਰ ਤੇ ਬਹੁਤ ਹੋਈ, ਲੇਕਿਨ ਬਾਦਸ਼ਾਹ ਨੂੰ ਅੱਗੋਂ ਕੋਈ ਟੱਕਰ ਨਹੀਂ ਸੀ ਦੇ ਸਕਿਆ, ਕੋਈ ਮੁਕਾਬਲਾ ਨਹੀਂ ਸੀ ਕਰ ਸਕਿਆ। ਸੋ ਇਸ ਵਿਧ ਜਿਹੜੀ ਹਿੰਦੂਆਂ ਦੀ ਅੜੀ ਸੀ, ਭਾਈ ਸਾਹਿਬ ਜੀ ਕਹਿਣ ਲੱਗੇ, ਉਹ ਵੀ ਬਾਦਸ਼ਾਹ ਨੇ ਆਪਣੇ ਜ਼ੋਰ ਦੇ ਨਾਲ, ਔਰੰਗਜ਼ੇਬ ਨੇ ਆਪਣੇ ਹੁਕਮਾਂ ਦੇ ਨਾਲ ਅਖੀਰ ਤੋੜ ਹੀ ਦਿੱਤੀ ਹੈ ਜੀ। ਸੰਸੇ
ਮਨ ਪਏ ਤਿਦ ਛੂਟੀ। ਹੁਣ ਇਸ ਵਕਤ ਬਹੁਤ ਪਤਲੀ ਹਾਲਤ ਹੋ ਚੁੱਕੀ ਹੈ ਇੱਥੇ ਇਹਨਾਂ ਮਨੁੱਖਾਂ ਦੀ, ਸਨਾਤਨੀ ਮੱਤ ਵਾਲਿਆਂ ਹਿੰਦੂਆਂ ਦੀ। ਇਹ ਆਪ ਸੰਸ਼ੇ ਵਿੱਚ ਫਸ ਚੁੱਕੇ ਨੇ ਵੀ ਹੁਣ ਕੀ ਕੀਤਾ ਜਾਵੇ, ਕਿੱਦਾਂ ਇਸ ਸਮੇਂ ਦੇ ਬਾਦਸ਼ਾਹ ਦੇ ਨਾਲ ਨਜਿੱਠਿਆ ਜਾਵੇ, ਜਾਂ ਜੋ ਕੁਝ ਇਹ ਕਰ ਰਿਹਾ ਹੈ ਹੁਣ ਇਸ ਵਰਤ ਰਹੇ ਵਰਤਾਰੇ ਨੂੰ ਠੱਲ ਕਿੱਦਾਂ ਪਾਈ ਜਾਣੀ ਹੈ, ਇਹ ਸਭ ਤੋਂ ਵੱਡੀ ਮੁਸੀਬਤ ਹੈ ਜੀ। ਬਹੁਰੋ ਵਿਪਰਪੁਰ ਕੇ ਸਮੁਦਾਏ। ਬਹੁਰੋ ਫਿਰ ਹੋਰ ਜਿਤਨੇ ਵੀ ਬ੍ਰਾਹਮਣ ਜਨ ਦਿਜਬਰ ਵਿਪਰ ਜੜੇ ਹਨ ਉਸ ਇਲਾਕੇ, ਕਿਉਂਕਿ ਕਸ਼ਮੀਰ ਦੀ ਸਿਰਮੌਰ ਧਰਤੀ ਸੀ ਉਸ ਵਕਤ, ਜਿੱਥੇ ਬਹੁਤ ਸਾਰੇ ਬ੍ਰਾਹਮਣ ਜਨ ਵਸਦੇ ਨੇ, ਦਿਜਬਰ ਵਸਦੇ ਨੇ। ਤੇ ਔਰੰਗਜ਼ੇਬ ਨੇ ਚੁਣਿਆ ਵੀ ਤਾਂ ਹੀ ਸੀ ਇਹ ਸੂਬਾ, ਕਿਉਂਕਿ ਜੇਕਰ ਇਹਨਾਂ ਹਿੰਦੂਆਂ ਦਾ ਮੁਖੀ ਵਰਨ ਬ੍ਰਾਹਮਣ ਵਰਨ ਆਪਣੇ ਆਪ ਨੂੰ ਇਸਲਾਮ ਵਿੱਚ ਲੈ ਆਉਂਦਾ ਤੇ ਬਾਕੀ ਵਰਨ ਦੇ ਲੋਕਾਂ ਨੂੰ ਇਸਲਾਮ ਧਾਰਨ ਕਰਵਾਉਣਾ ਸਾਡੇ ਲਈ ਕੋਈ ਔਖਾ ਨਹੀਂ, ਕਿਉਂਕਿ ਇਹ ਉਹ ਵਰਨ ਹੈ ਜਿਹਦੇ ਪਿੱਛੇ ਬਾਕੀ ਦੇ ਸਾਰੇ ਤੁਰਦੇ ਹਨ। ਤੇ ਜੇਕਰ ਬ੍ਰਾਹਮਣ ਆਪਣੇ ਆਪ ਨੂੰ ਇਸਲਾਮੀ ਬਣਾ ਲੈਂਦਾ, ਭਾਵ ਇਸਲਾਮ ਧਰਮ ਧਾਰਨ ਕਰ ਲੈਂਦਾ, ਫਿਰ ਬਾਕੀ ਦੇ ਜਿਤਨੇ ਵੀ ਹਨ ਸਾਰਾ ਹਿੰਦੂ ਸਮਾਜ ਆਪਣੇ ਆਪ ਹੀ ਇਸ ਧਰਮ ਦੇ ਵਿੱਚ ਆਪਣੇ ਆਪ ਨੂੰ ਤਬਦੀਲ ਕਰ ਲਵੇਗਾ। ਸੋ ਇਸ ਵਿਧ ਇਹ ਸਥਾਨ ਚੁਣ ਕਰਕੇ ਬਾਦਸ਼ਾਹ ਔਰੰਗਜ਼ੇਬ ਨੇ ਇੱਥੋਂ ਇਹ ਕਾਰਜ ਪ੍ਰਾਰੰਭ ਕੀਤਾ ਹੈ। ਤੇ ਇਹ ਜਿਹੜਾ ਮਤ ਹੈ ਹੁਣ ਬਹੁਤ ਵੱਡੇ ਸੰਸ਼ੇ ਦੇ ਅੰਦਰ ਮੁਸੀਬਤ ਵਿੱਚ ਫਸ ਚੁੱਕਾ ਹੈ ਜੀ। ਸਗਰੇ ਅਫਕਨ ਸਿਰੇ ਬੁਲਾਏ। ਤੇ ਬਾਦਸ਼ਾਹ ਸਮੇਂ ਦੇ ਸੂਬੇਦਾਰ ਸ਼ੇਰ ਅਫਗਾਨ ਨੇ ਇਹ ਵੀ ਕੀਤਾ ਵੀ ਹੁਣ ਜਿਤਨੇ ਹੋਰ ਬਚੇ ਹੋਏ ਹਨ ਕਸ਼ਮੀਰ ਦੇ ਮੁਖੀ ਬ੍ਰਾਹਮਣ ਆਦਿਕ ਦਿਜਬਰ, ਕਿਉਂਕਿ ਬਹੁਤ ਵੱਡਾ ਸੂਬਾ ਹੈ, ਸੋ ਜਿਤਨੇ ਵੀ ਬਚੇ ਹੋਏ ਹਨ ਨਾ, ਸ਼ੇਰ ਅਫਗਾਨ ਨੇ ਇੱਕ ਹੁਕਮ ਦੇ ਕਰਕੇ ਫਿਰ ਉਹਨਾਂ ਸਾਰਿਆਂ ਨੂੰ ਆਪਣੇ ਪਾਸ ਬੁਲਾਉਣਾ ਕੀਤਾ ਹੈ। ਕਹਿਓ ਜੋਰ ਕਰ ਕਲਮਾ ਪਠੋ। ਤੇ ਜਿਸ ਵਕਤ ਸਾਰੇ ਇਕੱਤਰ ਕੀਤੇ ਗਏ, ਕਿਉਂਕਿ ਸਰਕਾਰੀ ਹੁਕਮ ਸੀ, ਕੋਈ ਮਨਾ ਤੇ ਕਰ ਨਹੀਂ ਸੀ ਸਕਦਾ। ਜੇ ਮਨਾ ਕਰਦਾ ਤੇ ਹੋ ਸਕਦਾ ਉਹਦੇ ਤੇ ਕੋਈ ਹੋਰ ਕਾਨੂੰਨ ਥੋਪਿਆ ਜਾਂਦਾ, ਕਿਸੇ ਹੋਰ ਤਰੀਕੇ ਦੇ ਨਾਲ ਉਹਨੂੰ ਫੜਿਆ ਜਾਂਦਾ, ਕਿਉਂਕਿ ਸਮੇਂ ਦੀਆਂ ਸਰਕਾਰਾਂ ਜੋ ਕੁਝ ਕਰਦੀਆਂ ਨੇ ਅੱਜ ਦੇ ਮਨੁੱਖ ਨੂੰ ਇਹ ਭੁੱਲਾ ਤੇ ਹੈ ਨਹੀਂ। ਬਹੁਤੀ ਵਿਆਖਿਆ ਦੀ ਸਾਨੂੰ ਲੋੜ ਨਹੀਂ ਪੈਂਦੀ, ਥੋੜੀ ਗੱਲਾਂ ਵਿੱਚ ਹੀ ਹੁਣ ਬਹੁਤ ਕੁਝ ਸਮਝ ਆ ਰਿਹਾ ਮਨੁੱਖ ਨੂੰ। ਸੋ ਇਸ ਵਿਧ ਉਹਨਾਂ ਨੂੰ ਡਰ ਸੀ ਵੀ ਜੇਕਰ ਇਹ ਇਸ ਕਾਨੂੰਨ ਦੀ ਜਾਂ ਸਮੇਂ ਦੇ ਹੁਕਮਰਾਨਾਂ ਦੇ ਅੱਗੋਂ ਵਿਰੋਧਤਾ ਕਰਦੇ ਆ ਤੇ ਇਹ ਸਾਡੇ ਉੱਪਰ ਹੋਰ ਸਖਤੀ ਕਰਨਗੇ। ਸ਼ੇਰ ਅਫਗਾਨ ਨੇ ਫਿਰ ਕੀ ਕੀਤਾ, ਜਿਤਨੇ ਦਿਜਬਰ ਜਾਂ ਹੋਰ ਸਿਆਣੇ ਬੁੱਧੀਵੰਤ ਲੋਕ ਕਸ਼ਮੀਰ ਅੰਦਰ ਅਨਮਤ ਦੇ ਹਨ, ਉਹਨਾਂ ਵੀ ਸਾਰਿਆਂ ਨੂੰ ਇਕੱਠਾ ਕੀਤਾ ਆਪਣੇ ਪਾਸ ਤੇ ਕਿਹਾ ਵੀ ਤੁਸੀਂ ਇੱਥੇ ਮੇਰੇ ਸਾਹਮਣੇ ਹੀ ਕਲਮਾ ਪੜੋ ਜੀ। ਸਰੈ ਨ ਕਹਾਂ ਸ਼ਰਾਤੇ ਨਠੋ। ਹੁਣ ਤੁਸੀਂ ਸ਼ਰਾਂ ਤੋਂ ਪਾਸੇ ਨਹੀਂ ਜਾ ਸਕਦੇ, ਭਾਵ ਇਹ ਨਹੀਂ ਹੋ ਸਕਦਾ ਵੀ ਹੁਣ ਤੁਸੀਂ ਇਸ ਦੇਸ਼ ਵਿੱਚ ਆਪਣਾ ਧਰਮ ਭਾਵ ਬ੍ਰਾਹਮਣ ਮੱਤ ਵਿੱਚ ਜਾਂ ਸਨਾਤਨੀ ਮੱਤ ਵਿੱਚ ਰਹਿ ਸਕੋ। ਹੁਣ ਤੇ ਜਿਵੇਂ ਕਿਵੇਂ ਤੁਹਾਨੂੰ ਇਹ ਧਰਮ ਜਿਹੜਾ ਹੈ ਤਬਦੀਲ ਕਰਨਾ ਹੀ ਪੈਣਾ ਹੈ, ਕਿਉਂਕਿ ਬਹੁਤ ਸਾਰੇ ਕਰ ਚੁੱਕੇ ਹਨ, ਜਿਹੜੇ ਰਹਿੰਦੇ ਹਨ ਉਹਦੇ ਲਈ ਸਖਤੀ ਨਾਲ ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਕੱਢ ਦਿੱਤੇ ਹਨ। ਸੋ ਆਪਣਾ ਧਰਮ ਤਬਦੀਲ ਕਰਨਾ ਹੀ ਪੈਣਾ ਹੈ। ਜੇ ਪਿਆਰ ਨਾਲ ਕਰੋਗੇ ਤੇ ਤਾਂ ਠੀਕ ਹੈ, ਨਹੀਂ ਤਾਂ ਫਿਰ ਕੋਈ ਨਾ ਕੋਈ ਹੋਰ ਰਸਤਾ ਲੱਭ ਕਰਕੇ, ਕੋਈ ਸਖਤੀ ਕਰਕੇ ਤੁਹਾਡਾ ਜਿਹੜਾ ਧਰਮ ਹੈ ਉਹ ਤਬਦੀਲ ਕਰਵਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਬੇਨਤੀ ਹੈ ਵੀ ਤੁਸੀਂ ਪਿਆਰ ਨਾਲ ਹੀ ਕਲਮਾ ਪੜ੍ਹ ਲਓ, ਤਾਂ ਜੋ ਇਹ ਲੜਾਈ ਇਹ ਵਿਰੋਧਤਾ ਅੱਗੇ ਨਾ ਹੋਏ ਜੀ। ਸੁਣ ਕੇ ਸਭ ਹਿੰਦੁਨ ਕੋ ਚਿੰਤਾ। ਤੇ ਉਸ ਦਿਨ ਸ਼ੇਰ ਅਫਗਾਨ ਦੀ ਸਭਾ ਦੇ ਅੰਦਰ ਜਿਤਨੇ ਫਿਰ ਇਹ ਦਿਜਬਰ ਇਕੱਤਰ ਹੋਏ ਸਨ, ਕਿਉਂਕਿ ਬਹੁਤ ਵੱਡੇ ਇਕੱਠ ਕੀਤੇ ਸਨ ਉਹਨੇ ਕਸ਼ਮੀਰ ਦੀ ਧਰਤੀ ਤੇ, ਜਿਹੜੇ ਸਵਾਮਨ ਜਨੇਊ ਲਾਏ ਸਨ ਨਾ, ਉਹ ਵੀ ਇਸੇ ਵਿਧ ਹੀ ਇਦਾਂ ਹੀ ਕੀਤਾ ਗਿਆ ਸੀ। ਭਾਵੇਂ ਕਿ ਇਤਿਹਾਸ ਦੇ ਵਿੱਚ ਵੇਖਦੇ ਅਸੀਂ ਕਈ ਵਾਰ ਗੋਲ ਜੀ ਗੱਲ ਕਰ ਦਿੰਨੇ ਆ, ਲੇਕਿਨ ਬਰੀਕੀ ਨਾਲ ਵੇਖਾਂਗੇ ਨਾ ਤੇ ਉਹਨੇ ਆਪਣੀਆਂ ਸਭਾ ਇਦਾਂ ਬਹੁਤ ਸਾਰੇ ਲੋਕਾਂ ਦਾ ਇਕੱਠ ਕਰਕੇ ਤੇ ਉੱਥੇ ਸਿੱਧ ਕਰਕੇ ਵਿਖਾਇਆ ਬਾਦਸ਼ਾਹ ਨੂੰ ਵੀ ਮੈਂ ਇਹ ਕੁਝ ਵੱਡੇ ਪੱਧਰ ਤੇ ਕਰ ਰਿਹਾ। ਸਵਾ ਮਣ ਮਨੁੱਖਾਂ ਦਾ ਜਨੇਊ ਲਾ ਕੇ ਅੱਗ 'ਚ ਸਾੜਨਾ ਤੇ ਬਾਦਸ਼ਾਹ ਨੂੰ ਕਹਿਣਾ ਵੀ ਵੇਖੋ ਇੰਨੇ ਮਨੁੱਖ ਮੈਂ ਤੁਹਾਡੇ ਹੁਕਮ ਦੇ ਨਾਲ ਇਸਲਾਮ ਵਿੱਚ ਤਬਦੀਲ ਕਰ ਦਿੱਤੇ ਨੇ, ਧਰਮ ਤਬਦੀਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਹਨੇ ਇੱਕ ਸਭਾ ਕੀਤੀ, ਸਾਰਿਆਂ ਨੂੰ ਬੁਲਾ ਕੇ ਪਿਆਰ ਨਾਲ ਵੀ ਕਿਹਾ ਸੀ ਕਿ ਤੁਹਾਨੂੰ ਜੋ ਕੁਝ ਚਾਹੀਦਾ, ਧਨ ਚਾਹੀਦਾ, ਪਦਵੀ ਚਾਹੀਦੀ, ਕੋਈ ਵੀ ਜ਼ਮੀਨ ਆਦਿਕ ਚਾਹੀਦੀ, ਉਹ ਸਭ ਕੁਝ ਸਰਕਾਰੀ ਖਜ਼ਾਨੇ 'ਚੋਂ ਮਿਲੇਗਾ, ਬਸ ਸ਼ਰਤ ਹੈ ਆਪਣਾ ਧਰਮ ਤਬਦੀਲ ਕਰ ਲਵੋ। ਸੋ ਇਹ ਬੜੀ ਮੁਸ਼ਕਲ ਇੱਕ ਸਮਾਂ ਹੈ, ਬੜਾ ਮੁਸ਼ਕਲ ਸਮਾਂ ਸੀ ਇਸ ਮੱਤ ਦੇ ਲਈ, ਇਸ ਧਰਮ ਦੇ ਲਈ। ਸੋ ਤੀਸਰੀ ਵਾਰ ਹੁਣ ਸ਼ੇਰ ਅਫਗਾਨ ਨੇ ਇੱਥੇ ਫਿਰ ਸਭਾ ਬੁਲਾਈ ਤੇ ਉਹਦੇ ਵਿੱਚ ਸਾਰੇ ਦਿਜਬਰ, ਸਾਰੇ ਜਿਤਨੇ ਵੀ ਖੱਤਰੀ ਆਦਿਕ ਹੋਰ ਮਤਵੰਤ ਇਸ ਮਤ ਦੇ ਮਨੁੱਖ ਨੇ ਉਹਨਾਂ ਨੂੰ ਕਹਿ ਦਿੱਤਾ ਹੈ ਵੀ ਕਲਮਾ ਪੜ੍ਹ ਲਓ ਤੇ ਜਾਨ ਬਖਸ਼ੀ ਜਾ ਸਕਦੀ ਹੈ। ਸੁਣ ਕੇ ਸਭ ਹਿੰਦੂਨ ਕੋ ਚਿੰਤਾ। ਹੁਣ ਸੁਣ ਕਰਕੇ ਜਿਹੜੇ ਬੱਚੇ ਹਨ ਉਹਨਾਂ ਦੇ ਅੰਦਰ ਵੀ ਬਹੁਤ ਭਾਰੀ ਚਿੰਤਾ ਹੋ ਗਈ ਹੈ ਜੀ। ਭਏ ਕਤਰ ਕਹਿ ਬਿਰਤੰਤਾ। ਤੇ ਫਿਰ ਸਾਰੇ ਇਕੱਤਰ ਹੋ ਕਰਕੇ ਇਉਂ ਅਗਲਾ ਜਿਹੜਾ ਮਤਾ ਹੈ, ਜਾਂ ਉਹ ਕਹਿ ਲਈਏ ਵੀ ਆਪਣੇ ਆਪ ਨੂੰ ਬਚਾਉਣ ਦੇ ਲਈ ਜਿਹੜੇ ਯਤਨ ਕਰ ਰਹੇ ਹਨ, ਉਹ ਇਉਂ ਕਰ ਰਹੇ ਸਨ। ਅਪਰ ਉਪਾਇ ਨਾ ਕੋ
ਬਣ ਆਵੈ। ਤੇ ਵਿਚਾਰ ਰਹੇ ਹਨ ਵੀ ਹੁਣ ਸਾਡੇ ਪਾਸ ਹੋਰ ਕੋਈ ਹੱਲ ਨਹੀਂ ਹੈ, ਕੋਈ ਹੋਰ ਤਰੀਕਾ ਨਹੀਂ ਹੈ ਵੀ ਜਿਹਦੇ ਨਾਲ ਅਸੀਂ ਆਪਣੇ ਧਰਮ ਨੂੰ ਬਚਾ ਸਕੀਏ। ਇਹ ਕਹਿ ਸਕੀਏ ਵੀ ਅਸੀਂ ਅਨਮਤ ਭਾਵ ਇਸਲਾਮ ਨੂੰ ਧਾਰਨ ਨਹੀਂ ਕਰਾਂਗੇ, ਅਸੀਂ ਆਪਣੇ ਧਰਮ ਵਿੱਚ ਹੀ ਰਹਿਣਾ ਪਸੰਦ ਕਰਦੇ ਹਾਂ। ਜਗਤ ਰਾਜ ਇਨ ਥਾਉ ਨਾ ਪਾਵੈ। ਕਿਉਂਕਿ ਹੁਣ ਇਹ ਇਸ ਵਕਤ ਜਗਤ ਦੇ ਰਾਜੇ ਬਣੇ ਹੋਏ ਹਨ। ਬਾਦਸ਼ਾਹ ਔਰੰਗਜ਼ੇਬ ਆਪ ਧਰਮ ਕਰਕੇ ਇਸਲਾਮੀ ਹੈ ਤੇ ਉਹਦੇ ਪਾਸ ਰਾਜ ਹੈ, ਤੇ ਇਹਨਾਂ ਤੋਂ ਬਚ ਕੇ ਹੋਰ ਆਪਾਂ ਜਾ ਵੀ ਕਿੱਥੇ ਸਕਦੇ ਹਾਂ। ਕਿਉਂਕਿ ਜਦੋਂ ਦੇਸ਼ ਦੇ ਵਿੱਚ ਹੀ ਐਸੀ ਵਿਰੋਧਤਾ ਹੋ ਜਾਏ ਤੇ ਉਸ ਵਕਤ ਫਿਰ ਦੂਜਾ ਸਾਂਭਣ ਵਾਲਾ ਵੀ ਕੌਣ ਹੋਵੇ। ਚਲੋ ਜੇ ਕੋਈ ਇੱਕ ਆਧ ਮਨੁੱਖ ਦੀ ਗੱਲ ਹੋਵੇ ਤੇ ਉਹ ਕਿਤੇ ਵੀ ਜਾ ਕੇ ਰਹਿ ਸਕਦਾ, ਕਿਸੇ ਅਨ ਦੇਸ਼ ਵਿੱਚ ਵੀ ਜਾ ਕਰਕੇ ਵਸੇਬਾ ਕਰ ਸਕਦਾ। ਜਦੋਂ ਸਮੁੱਚੇ ਦੇਸ਼ ਵਿੱਚ ਹੀ ਇਹ ਕਾਨੂੰਨ ਲਾਗੂ ਕਰ ਦਿੱਤਾ ਜਾਏ ਤੇ ਫਿਰ ਕੋਈ ਜਾ ਵੀ ਕਿੱਥੇ ਸਕਦਾ, ਕਿਉਂਕਿ ਇਸ ਦੇਸ਼ ਵਿੱਚ ਕੋਈ ਇੱਕ ਥੋੜਾ ਹੀ ਨਾ ਵਸਦਾ ਸੀ ਉਸ ਵਕਤ। ਸੋ ਇਸ ਵੇਲੇ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ ਹਨ ਵੀ ਹੁਣ ਸਾਡਾ ਕੀ ਬਣ ਸਕਦਾ, ਕਿੱਦਾਂ ਛੁਟਕਾਰਾ ਹੋ ਸਕਦਾ। ਹੱਲ ਇੱਕ ਹੀ ਹੈ, ਜਾਂ ਤੇ ਧਰਮ ਤਬਦੀਲ ਕਰੋ ਤੇ ਜਾਂ ਫਿਰ ਮੌਤ ਲਈ ਤਿਆਰ ਹੋ ਜਾਓ। ਸੋ ਇਸ ਵੇਲੇ ਬਹੁਤ ਭਾਰੀ ਚਿੰਤਾ ਦੇ ਅੰਦਰ ਉਸ ਵਕਤ ਦੇ ਇਹ ਜਿਹੜੇ ਸਨਾਤਨੀ ਮਨੁੱਖ ਹਨ, ਹਿੰਦੂ ਮਨੁੱਖ ਹਨ, ਦਿਜਬਰ ਹਨ, ਖੱਤਰੀ ਹਨ, ਆਦਿਕ ਵਰਨਾਂ ਦੇ ਮਨੁੱਖ ਹਨ, ਜਿਹੜੇ ਕਿ ਕਸ਼ਮੀਰ ਦੀ ਧਰਤੀ ਤੇ ਰਹਿ ਰਹੇ ਸਨ, ਬਹੁਤ ਭਾਰੀ ਚਿੰਤਾ ਵਿੱਚ ਫਸ ਗਏ ਹਨ। ਮਿਲੋ ਚਲੋ ਅੰਮ੍ਰਿਤਸਰ ਥਾਨ। ਫਿਰ ਉਹਨਾਂ ਨੇ ਉੱਥੇ ਬੈਠ ਕਰਕੇ ਇੱਕ ਇਹ ਵੀ ਫੈਸਲਾ ਕੀਤਾ, ਕਿਉਂਕਿ ਸਾਡਾ ਇਤਿਹਾਸ ਕਿਤੇ ਕਿਤੇ ਇਤਿਹਾਸਕਾਰਾਂ ਨੇ ਇਹਦਾ ਵੀ ਖਾਸ ਜ਼ਿਕਰ ਕੀਤਾ। ਭਾਈ ਸਾਹਿਬ ਜੀ ਉਹਨਾਂ ਨੇ ਵੀ ਲਿਖਿਆ ਵੀ ਹੁਣ ਸਾਡੇ ਪਾਸ ਕੋਈ ਹੋਰ ਹੱਲ ਨਹੀਂ ਹੈ, ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਲੇਕਿਨ ਇੱਥੇ ਜੇਕਰ ਅਸੀਂ ਆਪਣੇ ਆਪ ਨੂੰ ਬਚਾਉਣਾ ਹੈ ਤੇ ਜਿਹੜਾ ਸਾਡਾ ਮੁੱਖ ਤੀਰਥ ਹੈ, ਕਿਉਂਕਿ ਉਸ ਵਕਤ ਉਹਨਾਂ ਦਾ ਤੀਰਥ ਮੁੱਖ ਤੀਰਥ ਸੀ ਅਮਰਨਾਥ। ਸੋ ਮਿਲ ਕਰਕੇ ਆਪਾਂ ਆਪਣੇ ਤੀਰਥ ਤੇ ਚੱਲ ਕਰਕੇ ਕੋਈ ਪੁਕਾਰ ਆਦਿਕ ਕਰਦੇ ਹਾਂ ਜੀ। ਦੇਹੋ ਤਰਨਾ ਤਜ ਖਾਨ ਰੁਪਾਨ। ਤੇ ਉੱਥੇ ਬੈਠ ਕਰਕੇ ਕੋਈ ਹੱਲ ਕਰਦੇ ਹਾਂ, ਉੱਥੇ ਬੈਠ ਕਰਕੇ ਕੋਈ ਸਾਧਨਾ ਕਰਦੇ ਹਾਂ, ਖਾਣ ਪਾਨ ਤਿਆਗ ਕੇ ਕੋਈ ਨਾ ਕੋਈ ਪੁਕਾਰ ਅਰਦਾਸ ਬੇਨਤੀ ਕਹਿ ਲਈਏ ਜਾਂ ਕੋਈ ਸਾਧਨਾ ਕਰਦੇ ਹਾਂ, ਤਾਂ ਜੋ ਸਾਡਾ ਇਸ਼ਟ ਸਾਡੇ ਉੱਪਰ ਆਏ ਹੋਏ ਸੰਕਟ ਦਾ ਨਿਵਾਰਨ ਕਰ ਦੇਵੇ ਤੇ ਸਾਡਾ ਧਰਮ ਸਲਾਬਤ ਰਹਿ ਜਾਏ ਜੀ। ਤਹਿ ਮਰ ਰਹੋ ਕੇ ਰੁਦਰ ਰਿਜਾਵੋ। ਜਾਂ ਤੇ ਫਿਰ ਉੱਥੇ ਹੀ ਆਪਣੇ ਪ੍ਰਾਣ ਤਿਆਗ ਦੇਵਾਂਗੇ ਤੇ ਜਾਂ ਆਪਣੇ ਦੇਵਤਾ ਰੁਦਰ ਮਹਾਦੇਵ ਜਿਹਨੂੰ ਅਸੀਂ ਕਹਿੰਦੇ ਹਾਂ, ਸ਼ਿਵ ਜੀ ਵੀ ਕਹਿ ਦਿੰਦੇ ਹਾਂ, ਜਾਂ ਫਿਰ ਉਹਨੂੰ ਰਿਝਾਵਾਂਗੇ, ਉਹਨੂੰ ਪ੍ਰਸੰਨ ਕਰਾਂਗੇ ਕਿ ਹੁਣ ਤੂੰ ਹੀ ਸਾਡਾ ਕੋਈ ਹੱਲ ਕਰ, ਤੂੰ ਹੀ ਸਾਡੀ ਇਸ ਸਮੱਸਿਆ ਨੂੰ ਖਤਮ ਕਰ, ਕਿਉਂਕਿ ਇਹ ਤੇ ਹੁਣ ਸਾਡੀ ਜਾਨ ਦੇ ਵੈਰੀ ਬਣ ਚੁੱਕੇ ਨੇ। ਤੇ ਜਦੋਂ ਕਿਸੇ ਮਨੁੱਖ ਦਾ ਧਰਮ ਹੀ ਨਾ ਰਵੇ ਤੇ ਫਿਰ ਉਹਦਾ ਸੰਸਾਰ ਵਿੱਚ ਰਹਿਣਾ ਵੀ ਕਾਹਦਾ ਹੋਇਆ। ਮਹਾਰਾਜ ਨੇ ਵੀ ਇਹੀ ਗੱਲ ਕਹੀ ਸੀ ਬਾਣੀ ਅੰਦਰ। ਸੋ ਇਸ ਵੇਦ ਬਹੁਤ ਭਾਰੀ ਸੰਕਟ ਦੇ ਅੰਦਰ ਇਹ ਮਤ ਜਿਹੜਾ ਹੈ ਇਹ ਫਸ ਚੁੱਕਾ ਹੈ ਜੀ। ਰਾਖੈ ਧਰਮੋ ਹਿੰਦੂ ਬਰ ਪਾਵੋ। ਹੁਣ ਜਾ ਕਰਕੇ ਰੁਦਰ ਤੋਂ ਮਹਾਦੇਵ ਤੋਂ ਇਹ ਵਰ ਲਈਏ ਵੀ ਸਾਡਾ ਧਰਮ ਬਚ ਜਾਏ, ਵਰਨਾ ਹੋਰ ਹੁਣ ਕੋਈ ਹੱਲ ਨਹੀਂ ਹੈ ਸਾਡੇ ਪਾਸ। ਕੋਈ ਐਸਾ ਸੂਰਮਾ ਯੋਧਾ, ਕੋਈ ਐਸਾ ਕੌਮ ਦਾ ਇਕੱਠ ਕੋਈ ਵੀ ਨਹੀਂ ਨਜ਼ਰ ਆ ਰਿਹਾ ਕਿਸੇ ਪਾਸੋਂ ਵੀ ਇਸ ਸਮੇਂ ਦੇ ਜ਼ਾਲਮ ਬਾਦਸ਼ਾਹ ਕੋਲੋਂ ਆਪਣੀ ਜਾਨ ਬਚਾਈ ਜਾ ਸਕੇ ਤੇ ਆਪਣਾ ਧਰਮ ਸਲਾਮਤ ਰੱਖਿਆ ਜਾ ਸਕੇ ਜੀ। ਤੁਰਕ ਸੰਗ ਕੀ ਜੈ ਤਕਰਾਰ। ਪਰੰਤੂ ਹੁਣ ਜਾਣਗੇ ਕਿਵੇਂ, ਕਿਉਂਕਿ ਬਾਦਸ਼ਾਹ ਸਮੇਂ ਦਾ ਜਿਹੜਾ ਸੂਬੇਦਾਰ ਸ਼ੇਰ ਅਫਗਾਨ ਹੈ ਉਹ ਤੇ ਤਲਵਾਰ ਲੈ ਕੇ ਸਿਰ ਤੇ ਬੈਠਾ। ਜੇਕਰ ਉਹ ਜਾਣ ਦੇਵੇਗਾ ਤੇ ਇਹ ਕੋਈ ਜਾ ਸਕਦਾ ਨਾ ਉੱਥੋਂ ਤੱਕ। ਜੇ ਉਸਨੇ ਜਾਣ ਹੀ ਨਾ ਦਿੱਤਾ ਫਿਰ ਇਹ ਵੀ ਹੈ ਵੀ ਇੱਥੇ ਹੁਣੇ ਹੀ ਧਰਮ ਤਬਦੀਲ ਕਰਨਾ ਪਵੇਗਾ, ਜਿਵੇਂ ਉਹਨੇ ਪਹਿਲਾਂ 1.25 ਮਣ ਜੰਜੂ ਲਵਾ ਦਿੱਤੇ ਸਨ। ਸੋ ਇੱਥੇ ਇਹਨਾਂ ਨੇ ਬੈਠ ਕਰਕੇ ਮਤਾ ਪਕਾਇਆ ਵੀ ਥੋੜਾ ਸਮੇਂ ਦਾ ਆਪਾਂ ਤਕਰਾਰ ਕਰ ਲੈਂਦੇ ਹਾਂ, ਭਾਵੇਂ ਦੇ ਤੋਂ ਥੋੜੇ ਸਮੇਂ ਦੀ ਮੋਹਲਤ ਲੈ ਲੈਂਦੇ ਹਾਂ, ਜਿਵੇਂ ਪਹਿਲੀ ਵਾਰ ਪਹਿਲੀ ਸਭਾ ਨੇ ਲਈ ਸੀ। ਸੋ ਥੋੜੇ ਸਮੇਂ ਦੀ ਮੋਹਲਤ ਲੈ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਗੱਲ ਨੂੰ ਸੁਣਾਂਗੇ ਜੀ। ਇੱਕ ਦੋ ਮਾਸਨ ਕੋ ਤਿਰਤ ਧਾਰ। ਕਿਉਂਕਿ ਜੇ ਸਾਰੇ ਮਿਲ ਕਰਕੇ ਸ਼ੇਰ ਅਫਗਾਨ ਨੂੰ ਕਵਾਂਗੇ ਤੇ ਘੱਟ ਤੋਂ ਘੱਟ 1 ਜਾਂ 2 ਮਹੀਨਿਆਂ ਦਾ ਸਮਾਂ ਤੇ ਸਾਨੂੰ ਦੇ ਹੀ ਦੇਵੇਗਾ। ਤੇ ਇੰਨਾ ਕੁ ਸਮਾਂ ਲੈ ਕਰਕੇ ਆਪਣਾ ਜਿਹੜਾ ਕਾਰਜ ਹੈ ਉਹ ਸਿੱਧ ਕਰਕੇ ਦੇਖ ਲੈਂਦੇ ਹਾਂ। ਅਸ ਮਸਲਤ ਕਰ ਪਹੁੰਚੇ ਜਾਏ। ਇਸ ਵੇਲੇ ਇਹ ਸਾਰੀ ਸਲਾਹ ਮਸ਼ੂਰਾ ਆਪਸ ਵਿੱਚ ਮਸਲਤ ਕਰਕੇ ਤੇ ਬਾਅਦ ਸਮੇਂ ਦੇ ਹੁਕਮਰਾਨ ਸ਼ੇਰ ਅਫਗਾਨ ਖਾਨ ਦੇ ਪਾਸ ਪਹੁੰਚੇ ਹਨ। ਜੈ ਸੂਬਾ ਅਰ ਨਰ ਸਮੁਦਾਏ। ਆਖੀਰ ਸੂਬੇਦਾਰ ਸ਼ੇਰ ਅਫਗਾਨ ਦੇ ਸਨਮੁਖ ਜਾ ਕਰਕੇ ਬੈਠ ਗਏ ਹਨ। ਹਾਥ ਜੋੜ ਸਭ ਹੁਣ ਉਚਾਰਾ। ਤੇ ਇਹ ਸਭਾ ਦੇ ਵਿੱਚ ਮੁਖੀ ਜਿਤਨੇ ਵੀ ਸਨ ਉਹਨਾਂ ਸਾਰਿਆਂ ਨੇ ਫਿਰ ਹੱਥ ਜੋੜ ਕਰਕੇ ਸੂਬੇਦਾਰ ਸ਼ੇਰ ਅਫਗਾਨ ਦੇ ਨਾਲ ਇਹ ਏਦਾਂ ਵਾਰਤਾਲਾਪ ਕੀਤੀ, ਹੱਥ ਜੋੜ ਕੇ ਉਸ ਨੂੰ ਬੇਨਤੀ ਕੀਤੀ ਹੈ। ਖਟ
ਆਸਨ ਬੰਦੋ ਤਕਰਾਰਾ। ਤੇ ਜਾ ਕਰਕੇ ਉਸ ਨੂੰ ਕਿਹਾ ਵੀ ਅਸੀਂ ਧਰਮ ਤਬਦੀਲ ਕਰ ਲਵਾਂਗੇ, ਤੁਹਾਡਾ ਹੁਕਮ ਨਹੀਂ ਮੋੜਦੇ, ਪਰੰਤੂ ਇਸ ਤੋਂ ਪਹਿਲਾਂ ਸਾਨੂੰ ਕੋਈ 6 ਮਹੀਨਿਆਂ ਦਾ ਸਮਾਂ ਚਾਹੀਦਾ ਹੈ। ਹੁਣ ਉਹ ਸਮਾਂ ਕਾਹਦੇ ਲਈ, ਉਹ ਸਾਰਾ ਜ਼ਿਕਰ ਆ ਗਿਆ ਪਿੱਛੇ। 6 ਮਹੀਨੇ ਸਾਨੂੰ ਸਮਾਂ ਮੋਹਲਤ ਜਿਹੜੀ ਹੈ ਉਹ ਦਿੱਤੀ ਜਾਏ ਜੀ। ਜਤਨ ਜੇਤਿਕ ਹਮ ਤੇ ਹੋਏ ਜਾਏ। ਤੇ ਇੰਨੇ ਸਮੇਂ ਦੇ ਵਿੱਚ ਅਸੀਂ ਕੁਝ ਯਤਨ ਕਰਨੇ ਨੇ, ਜੇਕਰ ਉਹ ਯਤਨ ਸਾਡੇ ਸਾਰਥਕ ਸਫਲ ਹੁੰਦੇ ਹਨ ਸੋ ਕਰ ਲਹਿ ਜੇ ਧਰਮ ਰਹਾਏ। ਤੇ ਕਰਨੇ ਵੀ ਉਹ ਹਨ ਵੀ ਜੇਕਰ ਸਫਲ ਹੋ ਗਿਆ ਤੇ ਸਾਡਾ ਧਰਮ ਬਚ ਜਾਏ, ਅਸੀਂ ਆਪਣੇ ਧਰਮ ਵਿੱਚ ਸਲਾਮਤ ਰਹਿ ਸਕੀਏ, ਉਹ ਯਤਨ ਕਰਨੇ ਹਨ। ਨਾ ਤੇ ਹਮ ਮਾਨੈ ਚਿਮਕਹੋ। ਤੇ ਜੇਕਰ ਅਸੀਂ ਸਫਲ ਨਾ ਹੋਏ, ਸਾਡੀ ਕਿਸੇ ਨੇ ਬਾਹ ਨਾ ਫੜੀ, ਸਾਡਾ ਧਰਮ ਭਾਵ ਸਾਨੂੰ ਕੋਈ ਸਹਾਰਾ ਨਾ ਲੱਭਾ, ਤੇ ਫਿਰ ਸੂਬੇਦਾਰ ਜਿਵੇਂ ਤੁਸੀਂ ਕਹਿੰਦੇ ਹੋ ਸ਼ੇਰ ਅਫਗਾਨ ਜੀ, ਉੱਦਾਂ ਅਸੀਂ ਪ੍ਰਵਾਨ ਕਰ ਲਵਾਂਗੇ। ਜੇ ਤੁਸੀਂ ਕਹੋਗੇ ਧਰਮ ਤਬਦੀਲ ਕਰਨਾ ਤੇ ਅਸੀਂ ਇੱਥੇ ਕਲਮਾ ਪੜ੍ਹ ਦੇਵਾਂਗੇ। ਬਸ ਉਸ ਤੋਂ ਪਹਿਲਾਂ ਸਾਡੀ ਇੱਕ ਸ਼ਰਤ ਹੈ ਕਿ ਕੋਈ ਸਾਨੂੰ 6 ਕੁ ਮਹੀਨਿਆਂ ਦੀ ਮੋਹਲਤ ਜਿਹੜੀ ਹੈ ਉਹ ਦੇ ਦਿੱਤੀ ਜਾਏ। ਜਗਪਤ ਆਜ ਬਲੀ ਤੁਮ ਆਹੋ। ਤੇ ਜਾ ਕਰਕੇ ਇਹਨਾਂ ਨੇ ਮਿੰਨਤਾਂ ਵੀ ਕੀਤੀਆਂ ਹਨ, ਕਿਉਂਕਿ ਵੇਖੋ ਅਜੋਕੇ ਸਮੇਂ 'ਚ ਅਸੀਂ ਜਦੋਂ ਕੋਈ ਗੱਲ ਕਰਦੇ ਹਾਂ ਨਾ, ਤੇ ਅੱਜ ਬਹੁਤ ਕੁਝ ਅਜੀਬ ਤਰੀਕੇ ਨਾਲ ਕਿਹਾ ਜਾ ਰਿਹਾ। ਇਹ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਕਿਰਪਾ ਸੀ, ਇਹ ਜਿਹੜਾ ਧਰਮ ਹੈ ਸੰਸਾਰ ਵਿੱਚ ਸਲਾਮਤ ਰਹਿ ਗਿਆ, ਵਰਨਾ ਜੋ ਕੁਝ ਬਾਦਸ਼ਾਹ ਔਰੰਗਜ਼ੇਬ ਨੇ ਕੀਤਾ ਸੀ ਅੱਜ ਇੱਥੇ ਕੋਈ ਦੂਜਾ ਲੱਭਣਾ ਹੀ ਨਹੀਂ ਸੀ। ਜਾ ਕਰਕੇ ਬੇਨਤੀ ਕੀਤੀ, ਹੱਥ ਜੋੜ ਕੇ ਕਹਿ ਰਹੇ ਨੇ ਜਗਪਤ ਆਜ ਬਲੀ ਤੁਮਹੁ, ਕਿ ਅੱਜ ਤੁਸੀਂ ਸੰਸਾਰ ਦੇ ਮਾਲਕ ਬਣੇ ਹੋ ਤੇ ਸਾਡੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਸਾਨੂੰ 6 ਮਹੀਨਿਆਂ ਦੀ ਮੋਹਲਤ ਦੇ ਦੇਵੋ। ਅਸੀਂ ਆਪਣਾ ਇੱਕ ਯਤਨ ਕਰਨਾ, ਜੇ ਸਫਲ ਹੋ ਗਏ, ਜੇ ਉਹਦੇ ਵਿੱਚ ਕਾਮਯਾਬ ਹੋ ਗਏ ਤੇ ਠੀਕ ਹੈ, ਨਹੀਂ ਤਾਂ ਅਸੀਂ ਸਰੈਂਡਰ ਕਰ ਦੇਵਾਂਗੇ, ਆ ਕੇ ਤੁਹਾਡੇ ਸਨਮੁਖ ਕਲਮਾ ਪੜ੍ਹ ਦੇਵਾਂਗੇ, ਹੋਰ ਸਾਡੇ ਕੋਲ ਹੁਣ ਕੋਈ ਚਾਰਾ ਨਹੀਂ ਹੈ। ਤੇ ਇਹ ਬਿਲਕੁਲ ਸੱਚ ਹੈ ਗੁਰਮੁਖੋ, ਇਹਦੇ 'ਚ ਕੋਈ ਦੋਰਾਵਾ ਨਹੀਂ, ਕਿਉਂਕਿ ਜਦੋਂ ਕੋਈ ਨੰਗੀ ਤਲਵਾਰ ਲੈ ਕਰਕੇ ਸਿਰ ਤੇ ਖੜਾ ਹੁੰਦਾ, ਫਿਰ ਮਨੁੱਖ ਦੇ ਕੋਲ ਕੋਈ ਵਸੀਲਾ ਹੁੰਦਾ ਵੀ ਨਹੀਂ। ਖਾਸ ਕਰਕੇ ਸਨਾਤਨੀ ਮੱਤ, ਜੇਕਰ ਇਤਿਹਾਸ ਨੂੰ ਵੇਖਾਂਗੇ, ਠੀਕ ਹੈ ਆਪਣੇ ਧਰਮ ਦੀ ਗੱਲ ਕਰਨ ਦਾ ਸਭ ਕਿਸੇ ਨੂੰ ਅਧਿਕਾਰ ਹੈ, ਲੇਕਿਨ ਜੇਕਰ ਅਸੀਂ ਇਸ ਮਤ ਨੂੰ ਥੋੜਾ ਗੌਰ ਨਾਲ ਵੇਖੀਏ ਤੇ ਉਸ ਵਕਤ ਕੋਈ ਐਸਾ ਨਹੀਂ ਸੀ ਉੱਠਿਆ ਜਿਹੜਾ ਅੱਗੇ ਹੋ ਕਰਕੇ ਬਾਦਸ਼ਾਹ ਔਰੰਗਜ਼ੇਬ ਦਾ ਟਾਕਰਾ ਕਰ ਸਕਦੇ। ਕੋਈ ਐਸਾ ਸਮੁਦਾਇ ਵੀ ਨਹੀਂ ਸੀ, ਕੋਈ ਐਸਾ ਗਰੁੱਪ ਜਾਂ ਕੋਈ ਐਸੀ ਕਮਿਊਨਿਟੀ, ਕੋਈ ਵੀ ਐਸਾ ਨਹੀਂ ਨਿਕਲਿਆ ਇਸ ਧਰਮ ਦੇ ਵਿੱਚੋਂ ਜਿਹੜਾ ਅੱਗੇ ਹੋ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਕਵੇ ਵੀ ਤੂੰ ਜ਼ਬਰਦਸਤੀ ਸਾਡਾ ਕਿਉਂ ਧਰਮ ਤਬਦੀਲ ਕਰਵਾ ਲਿਆ, ਅਸੀਂ ਇਦਾਂ ਨਹੀਂ ਕਰਨਾ, ਅਸੀਂ ਨਹੀਂ ਹੋਣ ਦੇਣਾ। ਕਿਉਂਕਿ ਇੱਥੇ ਬੜੀ ਜ਼ੁਰਤ ਦੀ, ਗੈਰਤ ਦੀ ਲੋੜ ਪੈਂਦੀ ਹੈ, ਬੜੇ ਬਲ ਦੀ ਲੋੜ ਪੈਂਦੀ ਹੈ। ਕਿਸੇ ਵੀ ਬਾਦਸ਼ਾਹ ਨੂੰ ਵੰਗਾਰਨਾ, ਕਿਸੇ ਹੁਕਮਰਾਨ ਦੇ ਨਾਲ ਮੱਥਾ ਲਾਉਣਾ, ਅਸਲ ਵਿੱਚ ਕਈ ਵਾਰ ਮਨੁੱਖ ਆਪਣਾ ਮਰਨਾ ਸਿਰ ਤੇ ਰੱਖ ਕੇ ਉਹਦੇ ਵੱਲ ਤੁਰਦਾ ਹੁੰਦਾ। ਇਹ ਇਦਾਂ ਨਹੀਂ ਕਿ ਸਿੱਧਾ ਅਸੀਂ ਕਹੀਏ ਵੀ ਬਾਦਸ਼ਾਹ ਦੇ ਨਾਲ ਟੱਕਰ ਲੈਣੀ ਹੈ ਤੇ ਗੱਲੀ ਬਾਤੀ ਜਾ ਕਰਕੇ ਆਪਣਾ ਧਰਮ ਬਚਾਇਆ ਜਾ ਸਕੇ, ਕਿਉਂਕਿ ਬਾਦਸ਼ਾਹ ਦੇ ਨਾਲ ਜਦੋਂ ਵੀ ਕਿਸੇ ਨੇ ਟੱਕਰ ਲਈ ਹੈ, ਉਹ ਆਪਣੀ ਜਾਨ ਨੂੰ ਆਪਣੀ ਹਥੇਲੀ ਤੇ ਰੱਖ ਕੇ ਤੁਰਿਆ। ਉਹਨੂੰ ਪਤਾ ਹੈ ਵੀ ਉਹ ਸਮੇਂ ਦਾ ਹੁਕਮਰਾਨ ਹੈ, ਉਹਦੇ ਪਾਸ ਫੌਜਾਂ ਨੇ, ਉਹਦੇ ਪਾਸ ਤਾਕਤਾਂ ਨੇ, ਉਹ ਕੁਝ ਵੀ ਕਰ ਸਕਦਾ, ਲੇਕਿਨ ਮਰਨਾ ਪ੍ਰਵਾਨ ਕਰਕੇ ਹੀ ਕੌਮਾਂ ਅੱਗੇ ਹੋਇਆ ਕਰਦੀਆਂ ਨੇ। ਸੋ ਇਸ ਵਿੱਚ ਨਾ ਤੇ ਕੋਈ ਉਹ ਸਮੁਦਾਇ ਦਿਸ ਰਿਹਾ, ਨਾ ਕੋਈ ਐਸਾ ਮਨੁੱਖ ਨਜ਼ਰ ਆ ਰਿਹਾ। ਜੇਕਰ ਕੋਈ ਇੱਕ ਸਹਾਰਾ ਲੱਭਾ ਤੇ ਉਹ ਅਮਰਨਾਥ ਦੀ ਯਾਦ ਆਈ ਹੈ ਵੀ ਉੱਥੇ ਸਾਡਾ ਭਗਵਾਨ ਸ਼ਿਵ ਜਿਹੜਾ ਸਾਡੀ ਰੱਖਿਆ ਕਰ ਸਕਦਾ, ਉਹਦੇ ਲਈ ਮੋਹਲਤ ਮੰਗ ਲਈ ਹੈ। ਹੁਣ ਅੱਗੇ ਦੇਖੋ ਕੀ ਬਣਦਾ ਹੈ ਜੀ। ਅਫਗਨ ਸ਼ੇਰ ਮਾਨ ਜਬ ਲੀਨੀ। ਤੇ ਸ਼ੇਰ ਅਫਗਾਨ ਵੀ ਮੰਨ ਗਿਆ, ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਹੈ, ਸਭ ਕੁਝ ਉਹਦੇ ਹੱਥ ਵਿੱਚ ਹੈ, ਤੇ 6 ਮਹੀਨੇ ਦੀ ਮੋਹਲਤ ਕੋਈ ਜ਼ਿਆਦਾ ਵੀ ਨਹੀਂ ਹੈ। ਕਿਉਂਕਿ ਜਿਹੜੇ ਵੱਡੇ ਵੱਡੇ ਕਾਰਜ ਹੁੰਦੇ ਨੇ ਉਹਨਾਂ ਦੇ ਲਈ ਕੋਈ ਇੰਨਾ ਘੱਟ ਸਮਾਂ ਨਹੀਂ, ਲੰਬਾ ਸਮਾਂ ਨਿਰਧਾਰਿਤ ਕੀਤਾ ਜਾਂਦਾ। ਇਹ ਕੋਈ ਇੱਕ ਦਿਨ ਦਾ ਕਾਰਜ ਨਹੀਂ, ਸਮੁੱਚੇ ਹਿੰਦੁਸਤਾਨ ਨੂੰ ਇੱਕ ਮੱਤ ਦੇ ਵਿੱਚ ਲੈ ਕੇ ਆਉਣਾ। ਉਹਨਾਂ ਨੇ ਇਸ ਬੇਨਤੀ ਨੂੰ ਮੰਨ ਲਿਆ ਕਿ 6 ਮਹੀਨੇ ਦੀ ਮੋਹਲਤ ਤੁਹਾਨੂੰ ਦਿੱਤੀ ਜਾਂਦੀ ਹੈ, ਕਿਉਂਕਿ ਉਹਨੂੰ ਰਾਜਨੀਤਿਕ ਪੱਧਰ ਤੇ ਇਹ ਕੁਝ ਸਪਸ਼ਟ ਨਜ਼ਰ ਆ ਰਿਹਾ ਹੈ, ਉਹਨੂੰ ਦਿਸ ਰਿਹਾ ਹੈ ਵੀ ਜਿਸ ਮਤ ਨਾਲ ਬਾਦਸ਼ਾਹ ਔਰੰਗਜ਼ੇਬ ਨੇ ਤਬਦੀਲ ਕਰਨ ਦੇ ਹੁਕਮ ਕੱਢੇ ਨੇ, ਜਿਸ ਮਤ ਦੇ ਨਾਲ ਟੱਕਰ ਹੈ, ਇਹਨਾਂ 'ਚ ਕੋਈ ਐਸਾ ਹੈ ਨਹੀਂ ਵੀ ਜਿਹੜਾ ਅੱਗੇ ਉੱਠ ਕੇ ਤੇ ਇਹ ਸਾਡੇ ਇਸ ਕਾਨੂੰਨ ਦੀ ਵਿਰੋਧਤਾ ਕਰ ਸਕੇ। ਉਹਨੇ ਦੇ ਦਿੱਤੀ ਮੋਹਲਤ ਵੀ ਕੋਈ ਨਹੀਂ, ਜੇ ਤੁਸੀਂ ਕੋਈ ਹੱਲ ਕਰ ਸਕਦੇ ਹੋ ਤੇ ਬੇਸ਼ੱਕ 6 ਮਹੀਨਿਆਂ ਬਾਅਦ, ਪਰੰਤੂ ਹਾਂ ਇਹ ਖਿਆਲ ਵਿੱਚ ਰੱਖਣਾ ਕਿ 6 ਮਹੀਨਿਆਂ ਤੋਂ ਬਾਅਦ ਜਦੋਂ ਇਸ ਧਰਤੀ ਤੇ ਵਾਪਸ ਮੁੜ ਕੇ ਆਓਗੇ, ਫਿਰ ਨਿਸ਼ਚੇ ਹੀ ਤੁਹਾਨੂੰ ਇੱਥੇ ਆ ਕੇ ਕਲਮਾਂ ਪੜ੍ਹਨੀਆਂ ਪੈਣਗੀਆਂ। ਆਪਣੇ ਧਰਮ ਵਿੱਚ ਸਲਾਮਤ ਰਹਿ ਕੇ ਤੁਸੀਂ ਆਪਣੀ ਪਾਠ ਪੂਜਾ ਇਸ ਸੂਬੇ ਅੰਦਰ ਨਹੀਂ ਕਰ ਸਕਦੇ।
ਇਹਦੇ ਸਖਤ ਕਾਨੂੰਨ ਸਨ ਉਸ ਵੇਲੇ ਦੇ ਕਿ ਆਪਣੇ ਮਤ ਵਿੱਚ ਰਹਿ ਕਰਕੇ ਆਪਣੇ ਧਰਮ ਦੀ ਰਹੁ ਰੀਤ ਪਾਠ ਪੂਜਾ ਕਿਰਿਆ ਕਰਮ ਜਿਹੜਾ ਹੈ ਉਹ ਹੁਣ ਤੁਸੀਂ ਨਹੀਂ ਕਰ ਸਕਦੇ। ਮੋਹਲਤ ਜ਼ਰੂਰ ਹੈ, ਤੁਹਾਨੂੰ 6 ਮਹੀਨੇ ਦੀ ਦਿੱਤੀ ਜਾਂਦੀ ਹੈ ਜੀ। ਭਲੇ ਦਿਨ ਅਜ ਮਿਲ ਤਿਆਰੀ ਕੀਨੀ। ਤੇ ਫਿਰ ਉਹ ਜਿਹੜੇ ਸਾਰੇ ਦਿਜਬਰ ਸਨ, ਮੁਖੀ ਬ੍ਰਾਹਮਣ ਆਦਿਕ ਸਨ, ਪੰਡਤ ਜਿਹੜੇ ਸਨ, ਉਹ ਸਾਰੇ ਮਿਲ ਕਰਕੇ ਕੁਝ ਤਿਆਰੀ ਕਰਦੇ ਹਨ। ਜੀਵਨ ਤੇ ਮਰਬੋ ਅਬ ਆਛੋ। ਤੇ ਨਾਲ ਇਹ ਵੀ ਵਿਚਾਰਦੇ ਹਨ ਵੀ ਹੁਣ ਐਸੇ ਜੀਣ ਨਾਲੋਂ, ਧਰਮ ਤਿਆਗ ਕਰਕੇ ਜੀਣ ਨਾਲੋਂ, ਧਰਮ ਨੂੰ ਤਬਦੀਲ ਕਰਕੇ, ਕਿਉਂਕਿ ਵੇਖੋ ਜੇਕਰ ਕੋਈ ਪਿਆਰ ਨਾਲ ਧਰਮ ਤਬਦੀਲ ਕਰੇ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਜੇ ਮਨੁੱਖ ਦੇ ਅੰਦਰੋਂ ਇੱਛਾ ਆ ਜਾਵੇ ਨਾ ਵੀ ਮੈਂ ਧਰਮ ਤਬਦੀਲ ਕਰਨਾ, ਤੇ ਉਹ ਧਰਮ ਤਬਦੀਲ ਕਰਨਾ ਇਹਦੇ ਲਈ ਸਫਲ ਵੀ ਹੋ ਜਾਂਦਾ ਹੈ, ਉਹਦੇ ਵਿੱਚ ਕਾਮਯਾਬ ਹੋ ਸਕਦਾ। ਪਰੰਤੂ ਜੇ ਅਸੀਂ ਕਹੀਏ ਨਾ ਜ਼ਬਰਦਸਤੀ ਧਰਮ ਤਬਦੀਲ ਕੀਤਾ ਜਾਣਾ, ਜ਼ਬਰਦਸਤੀ ਕਦੇ ਕਿਸੇ ਦੂਜੇ ਧਰਮ ਦੀ ਰਹੁ ਰੀਤ ਨੂੰ ਮਨੁੱਖ ਅਪਣਾ ਨਹੀਂ ਸਕਦਾ, ਉਹ ਕਰਮ ਕਰ ਨਹੀਂ ਸਕਦਾ। ਸੋ ਇਸ ਵਿਧ ਹੁਣ ਕੋਈ ਚਾਰਾ ਨਹੀਂ ਹੈ, ਜੀਵਨ ਤੇ ਮਰਬੋ ਅਬਾਚੋ। ਕਿਉਂਕਿ ਹੁਣ ਐਸਾ ਜੀਵਨ ਜੀਣ ਦੇ ਨਾਲੋਂ, ਸ਼ਰਾ ਵਿੱਚ ਰਹਿਣ ਦੇ ਨਾਲੋਂ, ਕਲਮਾ ਪੜ੍ਹਨ ਦੇ ਨਾਲੋਂ, ਰੋਜ਼ੇ ਰੱਖਣ ਨਾਲੋਂ, ਨਮਾਜ਼ਾਂ ਪੜ੍ਹਨ ਨਾਲੋਂ ਤਾਂ ਚੰਗਾ ਹੈ ਵੀ ਇਸ ਪੰਜ ਭੂਤਕ ਸਰੀਰ ਦੇ ਪਿਆਰ ਪ੍ਰਾਣ ਜਿਹੜੇ ਹਨ ਉਹ ਤਿਆਗ ਦਿੱਤੇ ਜਾਣ। ਧਰਮ ਤਿਆਗਿਓ ਨਾਹਣ ਬਾਛੋ। ਧਰਮ ਤਿਆਗਣਾ ਤੇ ਇਦਾਂ ਧਰਮ ਨੂੰ ਤਿਆਗ ਕਰਕੇ ਅਨ ਧਰਮ ਨੂੰ ਧਾਰਨ ਕਰਕੇ ਸੰਸਾਰ ਵਿੱਚ ਰਹਿਣਾ, ਖਾਸ ਕਰਕੇ ਜ਼ਬਰਦਸਤੀ, ਇਹ ਕੋਈ ਸੌਖਾ ਕਾਰਜ ਨਹੀਂ ਹੈ ਜੀ। ਇਮ ਹਠ ਕਰ ਪੁਰ ਕੇ ਤਿਕ ਕੋਸਾ। ਇਦਾਂ ਹੱਠ ਕਰ ਭਾਵ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਕਿ ਇਦਾਂ ਉਸ ਸਮੇਂ ਸ਼ੇਰ ਅਫਗਾਨ ਦੀ ਸਭਾ ਦੇ ਵਿੱਚੋਂ ਜਿਸ ਵਕਤ ਉੱਠ ਕੇ ਵਾਪਸ ਤੁਰੇ ਹਨ, ਅਮਰਨਾਥ ਕੇ ਧਾਰ ਭਰੋਸਾ। ਤੇ ਇਹ ਸਾਰੇ ਮੁਖੀ ਦਿਜਬਰ ਜਿਤਨੇ ਵੀ ਹਨ, ਇਹ ਇੱਕ ਭਰੋਸਾ ਲੈ ਕਰਕੇ ਫਿਰ ਅਮਰਨਾਥ ਵਾਲੇ ਪਾਸੇ ਨੂੰ ਤੁਰ ਪਏ ਸਨ। ਤਜ ਕਰ ਖਾਨ ਪਾਨ ਤਿਸ ਤਰਕੈ। ਸਭ ਕੁਝ ਤਿਆਗ ਦਿੱਤਾ, ਖਾਣਾ ਪੀਣਾ ਸਭ ਛੱਡ ਦਿੱਤਾ ਹੈ, ਤੇ ਇਦਾਂ ਆਪਣੀ ਜਿਹੜੀ ਯਾਤਰਾ ਹੈ ਪ੍ਰਾਰੰਭ ਕਰ ਦਿੱਤੀ ਹੈ। ਬੈਠੇ 34 ਮਜਨ ਕਰਕੇ। ਅਮਰਨਾਥ ਪਹੁੰਚ ਕਰਕੇ ਇਸ਼ਨਾਨ ਪਾਣ ਆਦਿ ਕਰਕੇ ਚੁਗਿਰਦੇ ਬੈਠ ਗਏ ਸਨ ਜੀ। ਸ਼ਿਵ ਕੇ ਨਾਮ ਹਜ਼ਾਰੋ ਕਹੈ। ਤੇ ਹਜ਼ਾਰਾਂ ਨਾਮ ਨੇ ਜਿਹੜੇ ਸ਼ਿਵ ਦੇ ਲਏ ਜਾਂਦੇ ਹਨ। ਕੋਈ ਸ਼ੰਭੂ ਕਹਿੰਦਾ ਹੈ, ਕੋਈ ਸ਼ਿਵ ਜੀ ਕਹਿੰਦਾ, ਕੋਈ ਮਹਾਦੇਵ ਕਹਿੰਦਾ, ਹਜ਼ਾਰਾਂ ਨਾਮ ਨੇ ਸ਼ਿਵ ਦੇ, ਕੋਈ ਭੋਲਾ ਕਹਿੰਦਾ। ਏਦਾਂ ਕਰਕੇ ਉਹ ਨਾਮ ਜਿਹੜੇ ਹਨ ਉਹ ਸਿਮਰ ਰਹੇ ਹਨ। ਸ਼ੰਭੂ ਚੰਦਰ ਰੂੜ ਮਿੜਿਆ ਹੈ। ਨਾਮਾਂ ਦੇ ਵੀ ਜ਼ਿਕਰ ਕੀਤੇ ਹਨ ਕਿ ਵੱਖ-ਵੱਖ ਤਰ੍ਹਾਂ ਦੇ ਨਾਲ ਆਪਣੇ ਇਸ਼ਟ ਦੇ ਨਾਮ ਜਿਹੜੇ ਹਨ ਉਹ ਧਿਆ ਰਹੇ ਸਨ। ਜਬ ਸੁਰ ਗਨ ਕੋ ਅਪਦਾ ਆਵੇ। ਤੇ ਨਾਲ ਇਹ ਵੀ ਮਨੋਕਲਪਨਾ ਇਹਨਾਂ ਦੇ ਅੰਦਰ ਇੱਕ ਇਹ ਚਿਤਵਣੀ ਵੀ ਹੈ ਵੀ ਜਦੋਂ ਆਦਿ ਕਾਲ ਦੇ ਵਿੱਚ ਸ਼ਿਵ ਜੀ ਇਸ ਧਰਤੀ ਤੇ ਮਹਾਦੇਵ ਵਿਚਰ ਰਹੇ ਸਨ, ਤੇ ਜਦੋਂ ਦੇਵਤਿਆਂ ਤੇ ਕੋਈ ਮੁਸੀਬਤ ਆਉਂਦੀ ਸੀ, ਕੋਈ ਕਸ਼ਟ ਆਉਂਦਾ ਸੀ ਜੀ, ਦੀਨ ਹੋਏ ਤਉ ਸਰਨ ਸਿਧਾਵੇ। ਤੇ ਉਹ ਨਿਮਾਣੇ ਹੋ ਕਰਕੇ ਫਿਰ ਇਸ ਮਹਾਦੇਵ ਦੀ ਸ਼ਰਨ ਆਉਂਦੇ ਸਨ, ਤੇ ਮਹਾਦੇਵ ਕਿਰਪਾ ਕਰਕੇ ਉਹਨਾਂ ਦੇ ਕਸ਼ਟ ਕੱਟ ਦਿੰਦੇ ਸਨ। ਪੁਰਾਣਿਕ ਹਵਾਲਿਆਂ ਦੇ ਤੱਥ ਨੇ ਜੋ ਭਾਈ ਸਾਹਿਬ ਜੀ ਹੋਰਾਂ ਨੇ ਸਾਂਝੇ ਕੀਤੇ ਨੇ, ਪੁਰਾਣਿਕ ਹਵਾਲੇ। ਸੋ ਜਦੋਂ ਕਿਸੇ ਦੇਵਤੇ ਤੇ ਕੋਈ ਸੰਕਟ ਆਉਣਾ ਤੇ ਵੱਡੇ ਮਹਾਦੇਵ ਕੋਲ ਜਾਣਾ, ਤੇ ਉਹਨਾਂ ਨੇ ਤਰੁੱਟ ਕਰਕੇ ਉਸ ਸੰਕਟ ਦਾ ਨਿਵਾਰਨ ਕਰ ਦੇਣਾ। ਇੱਥੇ ਇਹ ਵੀ ਇੱਕ ਮਨੋਕਲਪਨਾ ਹੈ ਵੀ ਹੋ ਸਕਦਾ ਇਸ ਸਮੇਂ ਵਿੱਚ ਵੀ ਇਹ ਭਗਵਾਨ ਖੁਸ਼ ਹੋ ਕਰਕੇ ਸਾਡਾ ਇਹ ਸੰਕਟ ਕੱਟ ਦੇਣ। ਪਰੰਤੂ ਨਾਲ ਮੈਂ ਬੇਨਤੀ ਕਰਾਂ ਗੁਰਮੁਖੋ, ਇਹ ਜਿਹੜਾ ਸੰਕਟ ਆਇਆ ਹੈ ਨਾ, ਮਹਾਰਾਜ ਨੇ ਬਾਣੀ ਵਿੱਚ ਵੀ ਕਿਹਾ ਕਿ ਜੇਕਰ ਇਦਾਂ ਇਹ ਸੰਕਟ ਕੱਟੇ ਜਾਂਦੇ ਤੇ ਫਿਰ ਇਹ ਗੱਲ ਕੋਈ ਏਡੀ ਔਖੀ ਨਹੀਂ ਹੋਣੀ ਸੀ। ਕੋਈ ਵੀ ਇਹ ਕੰਮ ਕਰ ਸਕਦਾ ਸੀ, ਥੋੜੇ ਦਿਨਾਂ ਦੀ ਆਰਾਧਨਾ ਕਰਕੇ ਦੇਵਤੇ ਨੂੰ ਪ੍ਰਗਟ ਕਰਕੇ, ਤੇ ਇਹ ਛੁਟਕਾਰਾ ਹੋ ਸਕਦਾ ਸੀ। ਪਰੰਤੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਅੱਗੇ ਇਤਿਹਾਸ ਆਵੇਗਾ, ਅਸੀਂ ਪੜਾਂਗੇ। ਜਦੋਂ ਦੇਵਤਿਆਂ ਦੀ ਗੱਲ ਆਈ ਨਾ, ਜਦੋਂ ਪ੍ਰਗਟ ਕਰਨ ਦੀ ਗੱਲ ਆਈ, ਮਹਾਰਾਜ ਨੇ ਆਪਣੀ ਸ਼ਮਸ਼ੀਰ ਚੋਂ ਚੰਡੀ ਕੱਢ ਕੇ ਚਮਕਾ ਕੇ ਕਿਹਾ ਸਾਡੇ ਲਈ ਦੇਵਤਾ ਹੁਣ ਇਹੀ ਹੈ, ਕਿਉਂਕਿ ਵਿਗੜਿਆਂ ਦਾ ਹਥਿਆਰ ਕੇਵਲ ਇਹੀ ਦੇਵੀ ਹੁੰਦੀ ਹੈ। ਇਹਦੇ ਨਾਲ ਹੀ ਜਿਹੜੇ ਵਿਗੜੇ ਬਾਦਸ਼ਾਹ ਹੋਣ ਨਾ, ਉਹਨਾਂ ਨੂੰ ਸਿੱਧਾ ਕੀਤਾ ਜਾ ਸਕਦਾ। ਸੋ ਇਸ ਵਿਧ ਇੱਕ ਮਨੋਕਲਪਿਤ ਜੀ ਖਿਆਲ ਹੈ ਇਹਨਾਂ ਦਾ ਵੀ ਹੋ ਸਕਦਾ ਹੈ ਮਹਾਦੇਵ ਪ੍ਰਗਟ ਹੋ ਕਰਕੇ ਤੇ ਸਾਡਾ ਨਿਵਾਰਨ ਕਰ ਦੇਵੇ, ਸਾਡਾ ਧਰਮ ਰਹਿ ਜਾਏ। ਪਰੰਤੂ ਐਸਾ ਕੁਝ ਹੋਣ ਵਾਲਾ ਨਹੀਂ ਹੈ ਜੀ। ਆਪਣੇ ਭਗਤ ਜਾਨ ਸਮੁਦਾਏ। ਆਪ ਭਗਤ ਸਮਝਦੇ ਹਨ ਤੇ ਭਗਤ ਦੀ ਰੱਖਿਆ ਆਪਣੇ ਭਗਵਾਨ ਦੇ ਚਰਨਾਂ ਵਿੱਚ ਬੈਠ ਕਰਕੇ ਪੁਕਾਰ ਕਰਦੇ ਹਨ। ਬਲ ਬਿਲਾਸ ਤੇ ਕਰੈ ਸਮਾਏ। ਬਲ ਬਿਲਾਸ ਤੇ, ਕਿਉਂਕਿ ਉਹ ਬਹੁਤ ਬਲ ਵਾਲੇ ਦੇਵਤੇ ਹਨ, ਤੇ ਆਪਣੇ ਬਲ ਦੇ ਨਾਲ ਆਪਣੇ ਸੇਵਕਾਂ ਦੇ
ਆਪਣਿਆਂ ਦਾਸਾਂ ਦੇ ਦੁੱਖ ਕੱਟਦੇ ਹਨ ਜੀ। ਦੀਨ ਬੰਧੁ ਦੁਖ ਦਾਰਦ ਹਰਤਾ, ਦੀਨਬੰਦ ਨਿਮਾਣਿਆਂ ਦੇ ਗਰੀਬਾਂ ਦੇ ਦੁੱਖਾਂ ਨੂੰ, ਦਰਿਦਰਤਾ ਨੂੰ ਇਹ ਦੇਵਤਾ ਖਤਮ ਕਰਦਾ ਹੈ। ਸੈਲ ਕਿਲਾਸ ਬਾਸ ਆਚਰਤਾ, ਤੇ ਭਾਈ ਸਾਹਿਬ ਜੀ ਹੋਰਾਂ ਨੇ ਇੱਥੇ ਜ਼ਿਕਰ ਕੀਤਾ ਹੈ ਸ਼ੈਲ ਕੈਲਾਸ਼ ਭਾਵ ਕੈਲਾਸ਼ ਪਰਬਤ ਤੇ ਉਹ ਦੇਵਤਾ ਰਹਿੰਦਾ ਸੀ, ਵਸਦਾ ਸੀ ਉੱਥੇ, ਉਹਦਾ ਮੁੱਖ ਸਥਾਨ ਹੈ ਜੀ। ਪ੍ਰਭੂ ਪਸ਼ੁਪਤ ਈਸ਼ਰ ਭਗਵਾਨ, ਤੇ ਉਹਨਾਂ ਦੇ ਵੱਖ-ਵੱਖ ਨਾਮ ਜਿਹੜੇ ਨੇ ਇਹ ਦਿਜਬਰ ਸਿਮਰ ਰਹੇ ਸਨ, ਪੜ੍ਹ ਰਹੇ ਸਨ, ਕਿਉਂਕਿ ਇਹਨਾਂ ਦਾ ਭਰੋਸਾ ਸੀ ਆਪਣਿਆਂ ਗ੍ਰੰਥਾਂ ਤੇ ਕਿ ਸਾਡਾ ਭਗਵਾਨ ਸਾਡੀ ਰੱਖਿਆ ਕਰੇਗਾ, ਤੇ ਵੱਖ-ਵੱਖ ਨਾਵਾਂ ਦੇ ਨਾਲ ਉਸ ਨੂੰ ਪੁਕਾਰ ਵੀ ਰਹੇ ਸਨ। ਭਗਤੈ ਜਗਨਿਤ ਤੇਰੋ ਦਾਨ, ਪੁਕਾਰਾਂ ਕਰ ਰਹੇ ਸਨ ਵੀ ਸਾਨੂੰ ਦਾਨ ਬਖਸ਼ੋ, ਸਾਡਾ ਇਸ ਜ਼ੁਲਮੀ ਬਾਦਸ਼ਾਹ ਤੋਂ ਬਚਾਓ ਕਰਵਾਓ ਜੀ। ਅਬ ਆਇਓ ਭੀਖਨ ਕਲ ਕਾਲ, ਕਿਉਂਕਿ ਹੁਣ ਜਿਹੜਾ ਸਮਾਂ ਸਾਡੇ ਤੇ ਆਣ ਬਣਿਆ ਹੈ ਬਹੁਤ ਕਠਿਨ ਸਮਾਂ ਹੈ, ਭਿਅੰਕਰ ਸਮਾਂ ਹੈ। ਇਹ ਸਮੇਂ ਦੇ ਵਿੱਚੋਂ ਹੁਣ ਸਾਡੀ ਬਾਂਹ ਫੜਨ ਵਾਲਾ, ਸਾਡੀ ਰੱਖਿਆ ਕਰਨ ਵਾਲਾ ਕੋਈ ਐਸਾ ਨਹੀਂ ਜਿਹੜਾ ਇਸ ਵਕਤ ਸਾਡੇ ਸਨਮੁਖ ਆ ਕੇ ਕਵੇ ਵੀ ਤੁਹਾਡਾ ਧਰਮ ਮੈਂ ਬਚਾ ਲਵਾਂਗਾ। ਸੋ ਇਹ ਬਹੁਤ ਕਠਿਨ ਸਮਾਂ ਜਿਹੜਾ ਹੈ ਇਹ ਸਮੁੱਚੇ ਧਰਮ ਦੇ ਉੱਪਰ ਆ ਪਿਆ ਹੈ ਜੀ। ਭਇਓ ਜਮਨ ਕੋ ਤੇਜ ਵਿਸਾਲ, ਤੇ ਇਸ ਤੋਂ ਪਹਿਲਾਂ ਦੇਵਤਿਆਂ ਦਾ ਵੱਡਾ ਇਤਿਹਾਸ ਜਿਹੜਾ ਹੈ ਉਹ ਇਹਨਾਂ ਲੋਕਾਂ ਨੇ ਪੜ੍ਹਿਆ ਹੋਇਆ ਸੀ, ਤੇ ਉਸ ਇਤਿਹਾਸ ਦੇ ਕੀਦੇ ਦੇ ਨਾਲ ਹੀ ਇਹ ਸਭ ਕੁਝ ਕਰ ਰਹੇ ਸਨ। ਹਿੰਦੂ ਧਰਮ ਕੋ ਨਾਸ ਕਰੰਤਾ, ਜਿਹੜਾ ਹੁਣ ਬਾਦਸ਼ਾਹ ਬਣਿਆ ਹੈ ਔਰੰਗਜ਼ੇਬ, ਉਹ ਚਾਹੁੰਦਾ ਹੈ ਵੀ ਹਿੰਦੂ ਧਰਮ ਮੁਕਾ ਹੀ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ। ਸੋ ਉਹ ਹਿੰਦੂ ਧਰਮ ਨੂੰ ਨਾਸ਼ ਕਰਨ ਦੇ ਯਤਨ ਕਰ ਰਿਹਾ ਹੈ। ਚੈਤ ਮਿਰਜ਼ਾਦਾ ਸਗਰੀ ਹੰਤਾ, ਤੇ ਸਾਡੇ ਧਰਮ ਦੀ ਸਾਰੀ ਰਹੁ ਰੀਤ, ਸਾਰੀ ਮਰਿਆਦਾ, ਸਭ ਕੁਝ ਜਿਹੜਾ ਹੈ ਉਹ ਖਤਮ ਕਰ ਰਿਹਾ ਹੈ। ਉਹਦੇ ਲਈ ਉਸ ਨੇ ਵੱਡੇ ਯਤਨ ਕੀਤੇ ਹਨ। ਸੋ ਇਸ ਵੇਲੇ ਦੇ ਸਾਰੇ ਇਕੱਤਰ ਹੋ ਕਰਕੇ ਆਪਣੇ ਮੁੱਖ ਧਰਮ ਸਥਾਨ ਅਮਰਨਾਥ ਜਾ ਕਰਕੇ ਵੀ ਪੁਕਾਰਾ ਕਰਦੇ ਹਨ। ਭਾਈ ਸਾਹਿਬ ਜੀ ਹੋਰਾਂ ਨੇ ਜ਼ਿਕਰ ਕੀਤਾ, ਲੇਕਿਨ ਇਹ ਵੀ ਯਤਨ ਇਹਨਾਂ ਦਾ ਇਉਂ ਕਹਿ ਲਈਏ ਨਿਰਾਰਥਕ ਹੀ ਹੈ, ਕਿਉਂਕਿ ਉੱਥੋਂ ਵੀ ਕੋਈ ਐਸਾ ਉੱਠਣ ਵਾਲਾ ਨਹੀਂ ਜਿਹੜਾ ਅੱਗੇ ਆ ਕਰਕੇ ਤੇ ਹੁਣ ਇਸ ਧਰਮ ਦੀ ਰਾਖੀ ਕਰੇ। ਤੇ ਖਾਸ ਕਰਕੇ ਕਿਉਂਕਿ ਜਦੋਂ ਬਰੀਕੀ ਨਾਲ ਅਸੀਂ ਇਸ ਇਤਿਹਾਸ ਨੂੰ ਵਾਚਾਂਗੇ ਨਾ ਗੁਰਮੁਖੋ, ਤੇ ਸਾਰਾ ਦਾ ਸਾਰਾ ਇਤਿਹਾਸ ਪੜ੍ਹ ਕੇ ਸਾਨੂੰ ਪਤਾ ਲੱਗੇਗਾ ਕਿ ਸੱਚਮੁੱਚ ਹੀ ਇੱਕ ਭਿਅੰਕਰ ਸਮਾਂ ਸੀ ਇਸ ਹਿੰਦੁਸਤਾਨ ਦੇ ਅੰਦਰ। ਕਿਉਂਕਿ ਅੱਜ ਅਸੀਂ ਵੇਖਦੇ ਹਾਂ ਜਿਸ ਦੇਸ਼ ਵਿੱਚ ਰਹਿੰਦੇ ਹਾਂ, ਬਹੁਤ ਸਾਰੇ ਅਨਮਤਾਂ ਦੇ ਮਨੁੱਖ, ਕੋਈ ਸਿੱਖ ਮਤ, ਕੋਈ ਜੈਨ, ਕੋਈ ਬੌਧ, ਕੋਈ ਇਸਲਾਮੀ, ਵੱਖ-ਵੱਖ ਧਰਮਾਂ ਦੇ। ਤੇ ਜੇ ਹੁਕਮਰਾਨ ਕਹਿ ਦੇਵੇ ਵੀ ਇੱਕ ਤੋਂ ਦੂਜਾ ਮਤ ਮੈਂ ਇੱਥੇ ਮਨੁੱਖ ਵੇਖਣਾ ਨਹੀਂ ਚਾਹੁੰਦਾ, ਸਭ ਇੱਕੋ ਜਿਹੀ ਹੋਣ, ਜੋ ਅਜੋਕੇ ਸਮੇਂ ਵਿੱਚ ਵੀ ਹੋ ਰਿਹਾ, ਇਹ ਬੜਾ ਕਠਿਨ ਸਮਾਂ ਹੋਵੇਗਾ। ਆਪਣਾ ਧਰਮ ਤਬਦੀਲ ਕਰਕੇ ਦੂਜੇ ਦੇ ਧਰਮ ਦੀ ਮਰਿਆਦਾ ਨੂੰ ਅਪਣਾਉਣਾ ਇਹ ਬਹੁਤ ਔਖਾ ਹੁੰਦਾ। ਸੋ ਬਹੁਤ ਸੰਕਟ ਹੈ ਹੁਣ ਇਸ ਧਰਮ ਦੇ ਉੱਪਰ, ਲੇਕਿਨ ਬਚਾਉਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ। ਹਰ ਕੋਈ ਜਾਂ ਤੇ ਮਰ ਰਿਹਾ, ਜਾਂ ਤੜਫ ਰਿਹਾ, ਜਾਂ ਪੁਕਾਰ ਕਰ ਰਿਹਾ, ਜਿਵੇਂ ਬਾਦਸ਼ਾਹ ਔਰੰਗਜ਼ੇਬ ਨੇ ਕੀਤਾ। ਸਾਡਾ ਤੇ ਇਤਿਹਾਸ ਕਹਿੰਦਾ ਇੱਕ ਵਾਰ ਨਹੀਂ, 2 ਵਾਰ, 4, 5 ਵਾਰ ਉਹਨੇ ਆਪਣੇ ਐਸੇ ਕਾਨੂੰਨ ਬਣਾ ਕਰਕੇ ਤੇ ਇਸ ਧਰਮ ਨੂੰ ਮੁੱਢ ਤੋਂ ਹੀ ਮੁਕਾਉਣ ਦੇ ਯਤਨ ਕੀਤੇ ਸਨ। ਲੇਕਿਨ ਜਿਸ ਵਕਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਹਮਣੇ ਆਏ, ਉਹਦੇ ਸਾਰੇ ਦੇ ਸਾਰੇ ਕਾਨੂੰਨ, ਸਭ ਯਤਨ ਧਰੇ ਰਹਿ ਗਏ। ਸੋ ਜਿਵੇਂ ਅੱਗੇ ਹੋਇਆ ਇਤਿਹਾਸ ਵਿੱਚ ਯਤਨ ਕਰਾਂਗੇ, ਇਸੇ ਤਰ੍ਹਾਂ ਹੀ ਇਤਿਹਾਸ ਦੀਆਂ ਕੜੀਆਂ ਆਪ ਸੰਗਤਾਂ ਦੇ ਨਾਲ ਵਿਸਤਾਰ ਸਹਿਤ ਸਾਂਝੀਆਂ ਕਰਨ ਦਾ ਜੀ ਅੱਜ ਇੱਥੇ ਹੀ ਸਮਾਪਤੀ ਹੈ। ਸਮਾਂ ਸਮਾਪਤ ਹੋ ਚੁੱਕਾ ਹੈ। ਗੁਰੂ ਕਾ ਇਤਿਹਾਸ ਵਾਚਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੁੰਦੀਆਂ ਨੇ। ਗੁਰਦੇਵ ਗੁਰੂ ਕੀ ਸੰਗਤ ਅਣਜਾਣ ਸਮਝ ਕਰ ਬਖਸ਼ ਲੈਣਾ ਜੀ। ਆਓ ਹੁਣ ਆਪਾਂ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਸਮਾਪਤੀ ਹੈ ਜੀ। ਹਿੰਦੂ ਧਰਮ ਕੋ ਨਾਸ ਕਰੰਤਾ, ਚਹਿਤ ਮਿਰਜ਼ਾਦਾ ਸਗਲੀ ਹੰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।